ਦੁਨੀਆ ਹਮੇਸ਼ਾ ਦੇ ਲਈ ਬਦਲਣ ਵਾਲੀ ਹੈ। ਉਸ ਦਿਨ ਦਾ ਹਿਸਾਬ ਕਿਤਾਬ, ਉੱਤੋਂ ਦੀ ਇੱਕ ਹੁਕਮ, ਗਿਣਤੀ ਦਾ ਸਮਾਂ, ਸੰਸਾਰ ਦਾ ਰਾਜ ਬੇਰਹਿਮ ਹੱਤਿਆ ਵਿੱਚ। ਬਸ ਉਦੋਂ ਜਦੋਂ ਲੋਕਾਂ ਨੂੰ ਉਮੀਦ ਦੀ ਲੋੜ ਸੀ, ਪਰਮੇਸ਼ਰ ਇੱਕ ਬੱਚੇ ਨੂੰ ਭੇਜਣਗੇ, ਇੱਕ ਰਾਜਾ ਨੂੰ, ਬਿਹਤਰ ਭਵਿੱਖ ਦੀ ਭਵਿੱਖਬਾਣੀ ਕਰਨ ਦੇ ਲਈ। ਪਰ ਕਿਉਂ? ਯਿਸੂ ਦੀ ਮਾਂ ਬਣਨ ਦੇ ਲਈ ਇੱਕ ਕੁਵਾਰੀ ਨੂੰ ਕਿਉਂ ਚੁਣਿਆ ਗਿਆ? ਸਵਰਗ ਤੋਂ ਭੇਜੇ ਗਏ ਇੱਕ ਬੱਚੇ ਦੀ ਪਰਵਰਿਸ਼ ਕਰਨ ਦੇ ਲਈ ਇੱਕ ਧਰਤੀ ਦੇ ਮਨੁੱਖ ਨੂੰ ਕਿਉਂ ਚੁਣਿਆ ਜਾਵੇਗਾ? ਸਭ ਤੋਂ ਹੇਠਲੇ ਵਰਗ ਦੇ ਲੋਕਾਂ ਨੂੰ ਤਰਜੀਹ ਕਿਉਂ ਦਿੱਤੀ ਗਈ ਨਵੇਂ ਜਨਮੇ ਰਾਜੇ ਨੂੰ ਦੇਖਣ ਲਈ? ਯਹੂਦੀਆਂ ਦੇ ਰਾਜੇ ਦੀ ਉਪਾਸਨਾ ਕਰਨ ਲਈ ਪੂਰਬ ਵੱਲੋਂ ਰਾਜੇ ਕਿਉਂ ਆਏ? ਬੈਤਲਹਿਮ ਕਿਉਂ? ਤੇ ਸ਼ਾਇਦ ਸਭ ਤੋਂ ਵੱਧ ਜ਼ਰੂਰੀ ਪ੍ਰਸ਼ਨ, ਅਸੀਂ ਕਿਉਂ ਪਰਵਾਹ ਕਰੀਏ? ਤੇ ਬੈਤਲਹਿਮ ਦੇ ਇਸ ਬੱਚੇ ਦੇ ਕੀ ਮਾਇਨੇ ਹੋਣੇ ਚਾਹੀਦੇ ਨੇ ਮੇਰੇ ਲਈ? ਹਾਲਾਂਕਿ ਕਈ ਸਾਲ ਬੀਤ ਚੁੱਕੇ ਨੇ ਤੇ ਬੈਤਲਹਿਮ ਵਿੱਚ ਉਹ ਹਸਪਤਾਲ ਬਹੁਤ ਵਕਤ ਪਹਿਲਾਂ ਹੀ ਭੁਲਾ ਦਿੱਤਾ ਗਿਆ ਹੈ। ਸਾਨੂੰ ਸਮੇਂ ਦੇ ਕੋਰੇ ਦੇ ਮਾਧਿਅਮ ਨਾਲ ਆਪਣੀ ਨਿਗਾਹ ਤੇ ਧਿਆਨ ਲਾਉਣ ਦੀ ਲੋੜ ਹੈ, ਪਵਿੱਤਰ ਸ਼ਾਸਤਰ ਦੇ ਲੈਂਸ ਦੇ ਮਾਧਿਅਮ ਰਾਹੀਂ ਤੇ ਆਪਣੀ ਕਲਪਨਾ ਦਾ ਇਸਤੇਮਾਲ ਕਰਦਿਆਂ ਹੋਇਆਂ ਕ੍ਰਿਸਮਸ ਦੀ ਕਹਾਣੀ ਨੂੰ ਬਦਲਣ ਦੀ ਲਈ ਨਹੀਂ, ਜਦੋਂ ਕਿ ਲੋਕਾਂ, ਥਾਵਾਂ ਤੇ ਹਾਲਤਾਂ ਨੂੰ ਦੇਖਣ ਦੇ ਲਈ ਜੋ ਯਿਸੂ ਦੇ ਜਨਮ ਦਾ ਹਿੱਸਾ ਹੋ ਸਕਦੀਆਂ ਸੀ। ਤੇ ਇਹਦਾ ਕਰਦੇ ਹੋਏ ਅਸੀਂ ਜਵਾਬ ਦਿਆਂਗੇ ਰਹੱਸ ਦਾ, ਅਰਥ ਦਾ ਤੇ ਉਸ ਪ੍ਰਸ਼ਨ ਦਾ ਕਿ ਯਿਸੂ ਦਾ ਜਨਮ ਕਿਉਂ? ਯਿਸੂ ਦਾ ਜਨਮ ਕਿਉਂ? ਕੀ ਇਹ ਇੱਕ ਹੋਰ ਇਤਿਹਾਸਿਕ ਘਟਨਾ ਹੈ? ਬਸ ਇੱਕ ਹੋਰ ਅੰਧ ਵਿਸ਼ਵਾਸ? ਜਾਂ ਬਚਪਨ ਦੀ ਕੋਈ ਬਾਕੀ ਰਹਿੰਦੀ ਹੋਈ ਪਰੀ ਦੀ ਕਹਾਣੀ? ਕੀ ਹੋਏ ਜੇ ਇਤਿਹਾਸ ਦਾ ਇਹ ਖਾਸ ਘਟਨਾ ਸਾਡੇ ਛੁਟਕਾਰੇ ਦੀ ਸ਼ੁਰੂਆਤ ਹੋਵੇ? ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਲਈ ਲੋੜ ਹੋਵੇਗੀ ਪਰਮੇਸ਼ਵਰ ਦੇ ਵਚਨ ਦੀ ਕਿ ਉਹ ਸਾਡਾ ਮਾਰਗਦਰਸ਼ਨ ਕਰੇ, ਕਿ ਸਾਡੇ ਕਲਪਨਾ ਦੀ ਕਿ ਅਸੀਂ ਕਹਾਣੀ ਨੂੰ ਸੁਣਾ ਸਕੀਏ। ਇਸ ਦੇ ਲਈ ਸਾਨੂੰ ਉਹੀ ਕਰਨ ਦੀ ਲੋੜ ਹੋਵੇਗੀ ਜੋ ਆਜੜੀ ਨੇ ਕੀਤਾ, ਜੋ ਵਿਦਵਾਨਾਂ ਨੇ ਕੀਤਾ, ਇੱਥੇ ਤੱਕ ਕਿ ਜੋ ਯੂਸੁਫ ਤੇ ਮਰੀਅਮ ਨੇ ਕੀਤਾ। ਸਾਨੂੰ ਬੈਤਲਹਿਮ ਦੀ ਯਾਤਰਾ ਕਰਨ ਦੀ ਲੋੜ ਹੈ। ਮੈਂ ਹਾਂ ਡੇਵਿਡ ਯਰਮੀਆ। ਕੀ ਤੁਸੀਂ ਮੇਰੇ ਨਾਲ ਕਿਸੇ ਦੂਰ ਦਰਾੜ ਸਥਾਨ ਤੇ ਯਾਤਰਾ ਨਹੀਂ ਕਰਨਾ ਚਾਹੋਗੇ ਜਿਸ ਨੂੰ ਸ਼ਾਇਦ ਭੁੱਲਿਆ ਜਾ ਸਕਦਾ ਹੈ? ਚਲੋ ਆਪਣੀ ਦਿਸ਼ਾ ਨਿਰਧਾਰਿਤ ਕਰਦੇ ਹਾਂ 2000 ਸਾਲ ਪਹਿਲਾਂ ਦੇ ਲਈ। ਇਤਿਹਾਸ ਵਿੱਚ ਵੰਡਣ ਵਾਲਾ ਬਿੰਦੂ। ਦ੍ਰਿਸ਼ ਹੈ ਯਹੂਦੀਆਂ ਦੀ ਸ਼ਾਂਤ ਧਰਤੀ ਤੇ ਨਿੱਕਾ ਜਿਹਾ ਸ਼ਹਿਰ, ਜਿੱਥੇ ਹਰ ਦਿਨ ਚਮਤਕਾਰ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਹੁਣ ਅਸੀਂ ਤਿਆਰ ਹਾਂ ਉਹਨਾਂ ਪ੍ਰਸ਼ਨਾਂ ਦੀ ਪੜਚੋਲ ਕਰਨ ਦੇ ਲਈ ਜੋ ਕ੍ਰਿਸਮਸ ਦੇ ਅਚੰਭੇ ਦੇ ਰਾਹੀਂ ਸਾਡੀ ਇਸ ਅਦਭੁਤ ਯਾਤਰਾ ਦੇ ਆਲੇ ਦੁਆਲੇ ਘੁੰਮਦਾ ਹੈ। ਜਦੋਂ ਕਿਸੇ ਖਾਸ ਬੱਚੇ ਦਾ ਜਨਮ ਹੋਵੇਗਾ, ਪਰਮੇਸ਼ਰ ਸਾਨੂੰ ਇੱਕ ਪੁੱਤਰ ਦੇਵੇਗਾ। ਇਹ ਪੁੱਤਰ ਲੋਕਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਲਵੇਗਾ ਤੇ ਉਸ ਦਾ ਨਾਮ ਹੋਵੇਗਾ ਅਦਭੁਤ ਸਲਾਹਕਾਰ, ਸ਼ਕਤੀਮਾਨ ਪਰਮੇਸ਼ਰ, ਉਹ ਪਿਤਾ ਜਿਹੜਾ ਸਦਾ ਜਿਉਂਦਾ ਹੈ, ਅਮਨ ਦਾ ਸ਼ਹਿਜ਼ਾਦਾ। ਉਦੋਂ ਜਦੋਂ ਲੋਕਾਂ ਨੂੰ ਉਮੀਦ ਦੀ ਸਭ ਤੋਂ ਵੱਧ ਲੋੜ ਸੀ, ਪਰਮੇਸ਼ਵਰ ਨੇ ਨਾਬੀਆਂ ਨੂੰ ਇੱਕ ਬਿਹਤਰ ਤਸਵੀਰ ਦੀ ਭਵਿੱਖਬਾਣੀ ਪੇਸ਼ ਕਰਨ ਲਈ ਭੇਜਿਆ। ਪੁਰਾਣੇ ਨੇਮ ਦੀਆਂ 300 ਵੱਧ ਭਵਿੱਖਬਾਣੀਆਂ ਜੀਵਨ ਵਿੱਚ ਪੁਰਾਣੀਆਂ ਹੋਣਗੀਆਂ। ਮੌਤ ਤੇ ਯਿਸੂ ਮਸੀਹਾਂ ਦੀ ਉੱਠਣਾ ਤੇ ਸਭ ਤੋਂ ਪਹਿਲੀ ਹੋਵੇਗੀ ਇੱਕ ਨਿੱਕੇ ਜਿਹੇ ਪਿੰਡ ਵਿੱਚ ਜੋ ਹੈ ਬੈਤਲਹਿਮ। ਪਰ ਇਸ ਤੋਂ ਪਹਿਲਾਂ ਕਿ ਅਸੀਂ ਉਹ ਨਿੱਕੋ ਜਿਹੇ ਸ਼ਹਿਰ ਬੈਤਲਹਿਮ ਦੀ ਯਾਤਰਾ ਕਰੀਏ, ਆਓ ਅਸੀਂ ਕਹਾਣੀ ਵਿੱਚ ਹੋਰ ਪਿੱਛੇ ਚੱਲਦੇ ਹਾਂ, ਇਹ ਪਤਾ ਕਰਨ ਲਈ ਕਿ ਅਸੀਂ ਉਸ ਆਦਮੀ ਤੇ ਔਰਤ ਦੇ ਬਾਰੇ ਕੀ ਕਰ ਸਕਦੇ ਹਾਂ ਜਿਨ੍ਹਾਂ ਨੇ ਪਰਮੇਸ਼ਵਰ ਨੇ ਇਕਲੌਤੇ ਪੁੱਤਰ ਦੀ ਪਰਵਰਿਸ਼ ਕਰਨ ਦੇ ਲਈ ਚੁਣਿਆ ਸੀ। ਯੂਸੁਫ ਤੇ ਮਰੀਅਮ ਵੱਡੇ ਹੋਏ ਨਾਸਰਤ ਨਾਮਕ ਇੱਕ ਸਾਧਾਰਨ ਸ਼ਹਿਰ ਵਿੱਚ। ਇਹ ਜਗ੍ਹਾ ਗੈਲੀਲੀਅਨ ਮੈਦਾਨ ਦੇ ਹੋਰ ਪਿੰਡਾਂ ਦੇ ਵਾਂਗ ਹੀ ਸੀ।
ਜ਼ਿਆਦਾਤਰ ਸੰਭਾਵਨਾਵਾਂ ਹਨ ਕਿ ਦੋਵੇਂ ਬੱਚਿਆਂ ਦੇ ਰੂਪ ਵਿੱਚ ਖੇਤਾਂ ਦੇ ਸ਼ਹਿਰ ਦੇ ਚੌਕ ਵਿੱਚ ਇਕੱਠੇ ਖੇਡੇ ਹੋਣਗੇ। ਦੋਨਾਂ ਦੇ ਮਾਤਾ-ਪਿਤਾ ਨੇ ਉਹਨਾਂ ਦੇ ਵਿਆਹ ਦਾ ਇੰਤਜ਼ਾਮ ਕੀਤਾ ਸੀ, ਜੋ ਨਾ ਸਿਰਫ ਉਹਨਾਂ ਦੋਨਾਂ ਨੌਜਵਾਨਾਂ ਨੂੰ ਇਕਜੁੱਟ ਕਰੇਗਾ ਪਰ ਦੋ ਪਰਿਵਾਰਾਂ ਨੂੰ ਵੀ। ਮਰੀਅਮ ਆਪਣੇ ਨੌਜਵਾਨ ਸੋਹਣੇ ਤਰਖਾਣ ਬਾਰੇ ਸੋਚ ਰਹੀ ਹੋਵੇਗੀ। ਉਸਨੇ ਉਸ ਦੀ ਮੁਸਕਰਾਹਟ ਤੇ ਉਸ ਦੇ ਪਵਿੱਤਰ ਦੀ ਪਵਿੱਤਰਤਾ ਤੇ ਉਸਨੇ ਗੌਰ ਕੀਤਾ ਹੋਵੇਗਾ। ਯੂਸੁਫ ਸ਼ਾਇਦ ਇੱਕ ਸਾਧਾਰਨ ਅਤੇ ਵਿਹਾਰਕ ਆਦਮੀ ਸੀ। ਉਹ ਆਪਣੀ ਕਲਾ ਨੂੰ ਪ੍ਰਾਪਤ ਕਰੇਗਾ, ਸਮਾਜ ਵਿੱਚ ਚੰਗਾ ਨਾਂ ਬਣਾ ਕੇ ਰੱਖੇਗਾ, ਪ੍ਰਾਰਥਨਾ ਸਥਾਨਾਂ ਤੇ ਜਾਏਗਾ ਤੇ ਇੱਕ ਪਰਿਵਾਰ ਦੀ ਪਰਵਰਿਸ਼ ਕਰੇਗਾ। ਤੇ ਮਰੀਅਮ ਇੱਕ ਯਹੂਦੀ ਔਰਤ ਜੋ ਇੱਕ ਦਿਨ ਆਪਣੇ ਪੱਟੀ ਦੇ ਪਰਿਵਾਰ ਦੇ ਨਾਲ ਰਹੇਗੀ ਤੇ ਉਹ ਦੋਵੇਂ ਇੱਕ ਜੀਵਨ ਦੀ ਸ਼ੁਰੂਆਤ ਕਰਨਗੇ ਜੋ ਉਹਨਾਂ ਦਾ ਆਪਣਾ ਪਰਿਵਾਰ ਹੋਵੇਗਾ। ਇਸ ਨੌਜਵਾਨ ਜੋੜੇ ਦੇ ਵਿਆਹ ਦੀ ਤਿਆਰੀ ਵਿੱਚ ਸ਼ਾਮਲ ਸੀ ਜੋੜੇ ਨੂੰ ਦਿੱਤੇ ਗਏ ਦੋਨਾਂ ਪਰਿਵਾਰਾਂ ਦੇ ਵਿੱਚ ਦੇ ਤੋਹਫੇ। एक ही है। एक कुछ अंगूर से पनीर है, इसमें जो जो कुछ था पसंद की सच्ची? पसंद आएगा। हाँ हाँ बिल्कुल। ये दूसरे वास्ते हाँ जी। कोई मुंडियो आ देखो। ਮਰੀਅਮ ਤੇ ਯੂਸੁਫ ਨੇ ਸਮਾਰੋਹ ਦੀ ਖੁਸ਼ੀ ਤੇ ਆਨੰਦ ਦੀ ਉਮੀਦ ਕੀਤੀ ਸੀ, ਜਿਸ ਵਿੱਚ ਉਹਨਾਂ ਨੂੰ ਵਧੀਆ ਕੱਪੜੇ ਪਾਉਣ ਤੇ ਮਹਿੰਗੇ ਗਹਿਣੇ ਪਾਉਣ ਤੇ ਖਾਸ ਤਰੀਕੇ ਨਾਲ ਤਿਆਰ ਭੋਜਨ ਕਰਨ ਦਾ ਮੌਕਾ ਮਿਲਿਆ ਤੇ ਸਭ ਤੋਂ ਵੱਧ ਆਪਣੇ ਪ੍ਰੇਮੀ ਦੇ ਨਾਲ ਖੁਸ਼ੀ-ਖੁਸ਼ੀ ਵਿਆਹ ਦੇ ਰਿਸ਼ਤੇ ਵਿੱਚ ਬਣਨ ਦਾ। एक खास तेरे लिए साढ़े प्यार का तोहफा है। ਉਹਨਾਂ ਦੇ ਤੇ ਉਸ ਜੀਵਨ ਦੇ ਵਿਚਕਾਰ ਕੁਝ ਵੀ ਨਹੀਂ ਆ ਸਕਦਾ ਸੀ ਜਿਸ ਦੀ ਉਹਨਾਂ ਨੇ ਬਚਪਨ ਤੋਂ ਯੋਜਨਾ ਬਣਾਈ ਹੈ। ਮਰੀਅਮ ਦਾ ਅਨੁਮਾਨਿਤ ਸਾਧਾਰਨ ਜੀਵਨ ਉਸ ਦੇ ਪਰਿਵਾਰ ਤੇ ਸਮਾਜ ਦੀ ਉਪਯੋਗੀ ਸੇਵਾ ਵਿੱਚ ਬਿਤਿਆ। ਮਰੀਅਮ ਆਪਣੇ ਅੱਗੇ ਆਉਣ ਵਾਲੇ ਜੀਵਨ ਦੇ ਬਾਰੇ ਕਿਵੇਂ ਜਾਣ ਸਕੀ? ਜਦੋਂ ਐਲਿਜ਼ਬeth ਗਰਭ ਅਵਸਥਾ ਵਿੱਚ ਸੀ ਤਾਂ 6ਵੇਂ ਮਹੀਨੇ ਗੈਬਰੀਅਲ ਦੂਤ ਪਰਮੇਸ਼ਵਰ ਦੇ ਵੱਲੋਂ ਨਾਜ਼ਰਤ ਨਾਮ ਗਲੀਲ ਨਗਰ ਵਿੱਚ ਭੇਜਿਆ ਗਿਆ। ਉਸ ਕੁਆਰੀ ਕੋਲ ਜਿਹਦੀ ਕੁੜਮਾਈ ਯੂਸੁਫ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ। ਉਸ ਕੁਆਰੀ ਦਾ ਨਾਂ ਮਰੀਅਮ ਸੀ ਅਤੇ ਅੰਦਰ ਆ ਕੇ ਦੂਤ ਨੇ ਉਸ ਨੂੰ ਕਿਹਾ, ਵਧਾਈਆਂ ਹੋਣ ਜਿਹਦੇ ਉੱਤੇ ਕਿਰਪਾ ਹੋਵੇ, ਪ੍ਰਭੂ ਤੇਰੇ ਨਾਲ ਨੇ, ਇਸਤਰੀਆਂ ਵਿੱਚ ਤੂੰ ਧਨ ਹੈ। ਪਰ ਜਦੋਂ ਉਸਨੇ ਉਹਨੂੰ ਵੇਖਿਆ ਉਹ ਉਸ ਦੇ ਬਚਨ ਤੋਂ ਘਬਰਾ ਗਈ। ਤਦ ਦੂਤ ਨੇ ਉਸ ਨੂੰ ਆਖਿਆ, ਹੇ ਮਰੀਅਮ ਨਾ ਡਰ, ਕਿਉਂ ਤੂੰ ਜੋ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਅਤੇ ਵੇਖ ਤੂੰ ਗਰਭਵਤੀ ਹੋਵੇਗੀ ਔਰ ਪੁੱਤਰ ਜਨੇਗੀ ਅਤੇ ਉਹਦਾ ਨਾਂ ਯੀਸੂ ਰੱਖਣਾ। ਉਹ ਮਹਾਨ ਹੋਵੇਗਾ ਅਤੇ ਅਤ ਮਹਾਨ ਦਾ ਪੁੱਤਰ ਸਦਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਸ ਦੇ ਪਿਤਾ ਦਾਊਦ ਦਾ ਤਖਤ ਉਹਨੂੰ ਦੇਵੇਗਾ ਤੇ ਉਹ ਜੁਗੋ ਜੁਗ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਅੰਤ ਨਾ ਹੋਵੇਗਾ। ਤਦ ਮਰੀਅਮ ਨੇ ਦੂਤ ਨੂੰ ਆਖਿਆ, ਪਰ ਇਹ ਕਿਵੇਂ ਹੋਵੇਗਾ ਜਦੋਂ ਮੈਂ ਪੁਰਸ਼ ਨੂੰ ਨਹੀਂ ਜਾਣਦੀ? ਦੂਤ ਨੇ ਉਸ ਨੂੰ ਉੱਤਰ ਦਿੱਤਾ ਤੇ ਕਿਹਾ ਕਿ ਪਵਿੱਤਰ ਆਤਮਾ ਤੇਰੇ ਉੱਤੇ ਆਏਗੀ ਔਰ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ। ਤਾਂ ਮਰੀਅਮ ਨੇ ਕਿਹਾ, ਮੈਂ ਤਾਂ ਪ੍ਰਭੂ ਦੀ ਦਾਸੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੀ ਹੋਵੇ। ਤਦ ਦੂਤ ਉਸ ਪਾਸਿਓਂ ਚਲਾ ਗਿਆ। मैं अपनी सारी जिंदगी मरियम माँ होने क्यों? वाली सोची है।
ਉਹ ਇੱਕ ਕੁਵਾਰੀ ਸੀ ਜਿਸ ਨੇ ਸ਼ਾਸਤਰ ਦਾ ਸਨਮਾਨ ਕੀਤਾ ਤੇ ਆਪਣੇ ਪਿਤਾ ਦੀ ਇੱਛਾ ਦਾ ਪਾਲਣ ਕੀਤਾ। ਉਹ ਪਰਮੇਸ਼ਰ ਦੇ ਇਕਲੌਤੇ ਪੁੱਤਰ ਨੂੰ ਜਨਮ ਦੇਣ ਦੇ ਲਈ ਇੱਕ ਸ਼ੁੱਧ ਜ਼ਰੀਆ ਸੀ, ਇੱਕ ਘਰ ਜਿਸ ਰਾਹੀਂ ਉਹ ਦੁਨੀਆ ਨੂੰ ਮੁਕਤ ਦੇਣ ਦੇ ਲਈ ਪ੍ਰਗਟ ਹੋਣਗੇ। ਮੈਂ ਸਮਝਦੀ ਹਾਂ। ਮਰੀਅਮ ਦਾ ਮਨ ਬਿਲਕੁਲ ਸਹੀ ਜਗ੍ਹਾ ਲੱਗਿਆ ਸੀ ਤੇ ਉਸ ਦਾ ਧਿਆਨ ਪਰਮੇਸ਼ਵਰ ਦੀ ਇੱਛਾ ਤੇ ਸੀ। ਉਹ ਪਰਮੇਸ਼ਵਰ ਦੀ ਤਾਕਤ ਨੂੰ ਜਾਣਦੀ ਸੀ ਜੋ ਸਾਰੀਆਂ ਚੀਜ਼ਾਂ ਨੂੰ ਮੁਮਕਿਨ ਕਰਦੀ ਹੈ ਤੇ ਉਹਨਾਂ ਦਾ ਪਿਆਰ ਹਰ ਬੋਝ ਨੂੰ ਸਹਿਣ ਵਿੱਚ ਆਨੰਦ ਦਿੰਦਾ ਹੈ। ਉਹ ਬਹੁਤ ਤਾਕਤਵਰ ਹੈ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਮਰੀਅਮ ਦੇ ਵਾਂਗ ਸੀ ਯੂਸੁਫ ਇੱਕ ਵਿਵਸਥਾ ਅਤੇ ਆਮ ਜੀਵਨ ਦੀ ਇੱਛਾ ਰੱਖਦਾ ਹੈ। ਯਕੀਨੀ ਤੌਰ ਤੇ ਯੂਸੁਫ ਦਾ ਜੀਵਨ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਸੀ। ਉਹ ਪਿਆਰ ਵਿੱਚ ਸੀ ਤੇ ਉਹ ਸਾਰੀ ਤਿਆਰੀਆਂ ਕਰ ਰਿਹਾ ਸੀ ਜੋ ਜ਼ਰੂਰੀ ਸਨ ਮਰੀਅਮ ਨਾਲ ਉਸ ਦੇ ਵਿਆਹ ਦੇ ਲਈ। ਤੇ ਹੁਣ ਸਦਮੇ ਅਤੇ ਅਵਿਸ਼ਵਾਸ ਵਿੱਚ ਯੂਸੁਫ ਨੇ ਆਪਣੇ ਮੰਗੇਤਰ ਦੀ ਸਪਸ਼ਟ ਗਰਭ ਅਵਸਥਾ ਨੂੰ ਵੇਖਿਆ ਸੀ। ਹਰ ਕਿਸੇ ਨੇ ਇਹ ਗਲਤ ਧਾਰਨਾ ਕੀਤੀ ਕਿ ਯੂਸੁਫ ਪਿਤਾ ਸੀ। तू जिंदगी जी सकता है। ਬਾਈਬਲ ਸਾਨੂੰ ਦੱਸਦੀ ਹੈ ਕਿ ਯੂਸੁਫ ਇੱਕ ਧਰਮੀ ਤੇ ਸਤਿਕਾਰਯੋਗ ਆਦਮੀ ਸੀ ਜਿਸ ਨੂੰ ਹੁਣ ਇੱਕ ਮੁਸ਼ਕਿਲ ਫੈਸਲੇ ਦਾ ਸਾਹਮਣਾ ਕਰਨਾ ਪਿਆ। किताब पढ़नी चाहिए, किताब पढ़नी चाहिए। ओए की कर रहा है? ਅਤੇ ਹਾਲਾਂਕਿ ਕਾਨੂੰਨ ਦੂਸਰਾ ਉਸ ਨੂੰ ਮਰੀਅਮ ਦਾ ਤਿਆਗ ਕਰਨ ਦਾ ਅਧਿਕਾਰ ਸੀ, ਉਹ ਧਰਮੀ ਸੀ ਤੇ ਜਨਤਕ ਤੌਰ ਤੇ ਉਸ ਨੂੰ ਬਦਨਾਮ ਕਰਨ ਲਈ ਤਿਆਰ ਨਹੀਂ ਸੀ। की कर रहा है? वो खुद ਨੂੰ ਗਵਾ ਕੁਝ ਦੋਸਤ ਮੰਨ ਗਏ ਸੀ ਉਸ ਦੇ ਇਸ ਦਇਆ ਭਰੇ ਫੈਸਲੇ ਨਾਲ, ਜਦੋਂ ਕਿ ਜ਼ਿਆਦਾਤਰ ਤਾਂ ਸਹਿਮਤ ਨਹੀਂ ਸਨ। वो सही नहीं है। वो सही नहीं है। वो एक माँ है। ऐसा चल मेरे चल 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 हो गया। अब उनको चलना चाहिए। तेनू किताब पढ़नी चाहिए। किताब पढ़नी चाहिए। ओए की कर रहा है? ए रब रहम कर। मैनू नहीं पता ਇਹਦੇ ਨਾਲ ਕੀ ਕਰਾਂ ਮੈਂ। ਯੂਸੁਫ ਦਾਊਦ ਦੇ ਪੁੱਤਰ, ਤੂੰ ਆਪਣੀ ਪਤਨੀ ਮਰੀਅਮ ਨੂੰ ਆਪਣੇ ਘਰ ਲੈ ਜਾਣ ਤੋਂ ਨਾ ਡਰ, ਕਿਉਂਕਿ ਤੂੰ ਉਸ ਦੀ ਕੁੱਖ ਵਿੱਚ ਹੈ। ਉਹ ਪਵਿੱਤਰ ਆਤਮਾ ਦੇ ਵੱਲੋਂ ਹੈ। ਉਹ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਂ ਯਿਸੂ ਰੱਖੀ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਇਹ ਸਭ ਕੁਝ ਇਸ ਲਈ ਹੋਇਆ ਤਾਂ ਜੋ ਵਚਨ ਪ੍ਰਭੂ ਨੇ ਨਬੀ ਦੁਆਰਾ ਕਿਹਾ ਸੀ ਉਹ ਪੂਰਾ ਹੋਵੇ ਕਿ ਵੇਖਿਓ ਇੱਕ ਕੁਵਾਰੀ ਗਰਭਵਤੀ ਹੋਵੇਗੀ ਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਤੇ ਉਸ ਦਾ ਨਾਂ ਇਮੈਨੂਅਲ ਰੱਖਿਆ ਜਾਵੇਗਾ, ਜਿਹਦਾ ਅਰਥ ਹੈ ਪਰਮੇਸ਼ਰ ਸਾਡੇ ਨਾਲ ਹੈ। ਜਦੋਂ ਯੂਸੁਫ ਆਪਣੇ ਸੁਪਨੇ ਤੋਂ ਜਾਗ ਗਿਆ ਤਾਂ ਉਸਨੇ ਬਿਲਕੁਲ ਉਹੀ ਕੀਤਾ ਜੋ ਪ੍ਰਭੂ ਨੇ ਦੂਤ ਦੇ ਉਸ ਨੂੰ ਕਰਨ ਦੀ ਆਗਿਆ ਦਿੱਤੀ ਸੀ। ਉਸਨੇ ਪਰਮੇਸ਼ਵਰ ਤੇ ਅਤੇ ਉਸ ਵਚਨ ਤੇ ਯਕੀਨ ਕੀਤਾ ਜੋ ਉਸ ਨੂੰ ਪਰਮੇਸ਼ਵਰ ਦੇ ਦੂਤ ਤੋਂ ਮਿਲਿਆ ਸੀ। ਉਸ ਬਦਲਾਵ ਤੇ ਯਕੀਨ ਕੀਤਾ ਜੋ ਮਰੀਅਮ ਦੇ ਜੀਵਨ ਵਿੱਚ ਆਇਆ, ਕਿਉਂਕਿ ਗੈਬਰੀਅਲ ਦੂਤ ਨੇ ਉਸ ਦੇ ਨਾਲ ਮੁਲਾਕਾਤ ਕੀਤੀ ਸੀ। ਵਿਆਹ ਦੇ ਖਿਆਲ ਮਮਤਾ ਦੇ ਵਿਚਾਰਾਂ ਵਿੱਚ ਬਦਲ ਗਏ ਤੇ ਬਿਲਕੁਲ ਸਾਧਾਰਨ ਜੀਵਨ ਦੇ ਖਿਆਲ ਮਜ਼ਾਕ ਦੇ ਉਸ ਦੇ ਪਿੰਡ ਦੇ ਲੋਕਾਂ ਦੇ ਅਟਕਲਾਂ ਤੇ ਕੇਂਦਰ ਵਿੱਚ ਬਦਲ ਗਏ ਸੀ। ਨਹੀਂ ਨਹੀਂ ਨਹੀਂ। ਮਰੀਅਮ ਹੀ ਕਿਉਂ? ਮਰੀਅਮ ਨੇ ਆਪ ਹੀ ਸੋਚਿਆ ਹੋਣਾ ਹੈ। ਅਸਲ ਵਿੱਚ ਉਸ ਦੇ ਚੁਣੇ ਜਾਣ ਦਾ ਕਾਰਨ ਸਿਰਫ ਪਰਮੇਸ਼ਰ ਹੀ ਜਾਣਦੇ ਹਨ, ਪਰ ਅਸੀਂ ਇਹ ਜਾਣਦੇ ਹਾਂ
ਕਿ ਉਸ ਤੇ ਪਰਮੇਸ਼ਵਰ ਦੀ ਬਹੁਤ ਜ਼ਿਆਦਾ ਮਿਹਰਬਾਨੀ ਹੋਈ ਸੀ। ਉਸਨੇ ਪਵਿੱਤਰ ਸ਼ਾਸਤਰ ਦੀ ਆਗਿਆ ਮੰਨੀ ਤੇ ਪਰਮੇਸ਼ਵਰ ਦੀ ਰਹੱਸਮਈ ਯੋਜਨਾ ਤੇ ਸਮਰਪਣ ਕੀਤਾ। ਮਰੀਮ ਨੇ ਪ੍ਰਾਰਥਨਾ ਕੀਤੀ ਕਿ ਯੂਸੁਫ ਵੀ ਐਦਾ ਹੀ ਕਰੇ। ਯੂਸੁਫ ਮਰੀਮ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਕਰੇਗਾ। ਉਹ ਬੱਚੇ ਮਸੀਹਾ ਦਾ ਧਰਤੀ ਦਾ ਪਿਤਾ ਹੋਵੇਗਾ। ਉਹ ਪਰਮੇਸ਼ਵਰ ਦੀ ਇੱਛਾ ਦੇ ਲਈ ਆਪਣੀ ਇੱਛਾਵਾਂ ਨੂੰ ਮੁਲਤਵੀ ਕਰ ਦੇਵੇਗਾ ਤੇ ਇਸ ਯੋਜਨਾ ਵਿੱਚ ਉਸਨੇ ਵਿਸ਼ਵਾਸ ਕੀਤਾ। ਤੇ ਯੂਸੁਫ ਨੇ ਉਹੀ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸਨੂੰ ਕਰਨ ਲਈ ਕਿਹਾ ਸੀ। ਉਸਨੇ ਮਰੀਮ ਨਾਲ ਵਿਆਹ ਕੀਤਾ, ਪਰ ਯੂਸੁਫ ਨੇ ਮਰੀਮ ਨਾਲ ਕੋਈ ਜਿਸਮੀ ਸੰਬੰਧ ਨਾ ਰੱਖਿਆ ਜਦੋਂ ਤੱਕ ਉਸਨੇ ਪੁੱਤਰ ਨੂੰ ਜਨਮ ਨਾ ਦਿੱਤਾ, ਅਤੇ ਯੂਸੁਫ ਨੇ ਪੁੱਤਰ ਦਾ ਨਾਂ ਯੀਸੂ ਰੱਖਿਆ। ਵਿਸ਼ਾਲ ਰੋਮਨ ਸਾਮਰਾਜ ਬਾਰੇ ਇਹੋ ਜਿਹਾ ਕੀ ਸੀ ਜੋ ਮਸੀਹਾ ਦੇ ਆਉਣ ਦੇ ਲਈ ਆਦਰਸ਼ ਸੀ? ਆਪ ਜਾਣੇ ਵਿੱਚ ਰੋਮਨ ਆਪ ਇਸ ਜਵਾਬ ਦਾ ਹਿੱਸਾ ਸਨ, ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਫਰਦ ਸੰਸਾਰ ਸਭਿਅਤਾ ਦਾ ਪਾਲਣ ਏਕੀਕ੍ਰਿਤ ਸੀ। ਸਾਰੀਆਂ ਸੜਕਾਂ ਰੋਮ ਦੇ ਵੱਲ ਜਾਣਦੀਆਂ ਸਨ ਤੇ ਰੋਮਨ ਸੜਕਾਂ ਧਰਤੀ ਦੇ ਲਗਭਗ ਹਰ ਥਾਂ ਜਾਣਦੀਆਂ ਸਨ, ਜਿਸ ਵਿੱਚ ਸ਼ਾਮਲ ਸੀ ਯਰੂਸ਼ਲਮ ਤੇ ਆਲੇ ਦੁਆਲੇ ਦੇ ਉਹ ਸਾਰੇ ਇਲਾਕੇ ਜਿੱਥੇ ਰੋਮਨ ਸ਼ਾਸਕ ਹੈਰੋਦੇਸ ਰਾਜਾ ਨੇ ਬਹੁਤ ਹੀ ਬੇਦਰਦੀ ਨਾਲ ਸ਼ਾਸਨ ਕੀਤਾ ਸੀ। ਦੁਖੀ ਰਾਜਾ ਨੂੰ ਮੌਤ ਦੀ ਫਿਕਰ ਹੋ ਰਹੀ ਸੀ। ਉਸ ਸਮੇਂ ਕੋਈ ਉਸ ਨੂੰ ਜਿੱਤਣ ਆ ਰਿਹਾ ਸੀ। ਉਹ ਅੰਤਿਮ ਸੰਸਕਾਰ ਦੇ ਪ੍ਰਬੰਧ ਕਰ ਰਿਹਾ ਸੀ, ਖੁਦਕੁਸ਼ੀ ਦੀ ਅਸਫਲ ਕੋਸ਼ਿਸ਼ਾਂ ਕਰ ਰਿਹਾ ਸੀ, ਅਤੇ ਸਾਰੀ ਰਾਤ ਜਾਗਦੇ ਹੋਏ ਇਹ ਸੋਚਦੇ ਹੋਏ ਕਿ ਕੌਣ ਉਸ ਦਾ ਤਾਜ ਚੋਰੀ ਕਰਨ ਲਈ ਆਵੇਗਾ। ਹੈਰੋਦੇਸ ਦੇ ਲਈ ਰਾਜਾ ਬਣਨਾ ਚੰਗਾ ਨਹੀਂ ਸੀ। ਉਹ ਕਦੋਂ ਤੱਕ ਸਿੰਘਾਸਣ ਤੇ ਬਣਿਆ ਰਹੇਗਾ? ਉਸ ਦੀ ਸੱਤਾ ਨੂੰ ਖਤਰੇ ਵਿੱਚ ਪਾਉਣ ਦੇ ਲਈ ਕੌਣ ਆਏਗਾ? ਪਹਿਲੀ ਸਦੀ ਦੇ ਸੰਸਾਰ ਵਿੱਚ ਕਈ ਹੋਰ ਵਿਚਾਰ ਮੌਜੂਦ ਸਨ, ਪਰ ਕਈ ਹੋਰ ਵਿਚਾਰ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਸਾਮਰਾਜ ਨੂੰ ਢਾਹ ਦੇਣ ਦੇ ਸਮਰਥ ਨਹੀਂ ਸਨ। ਯੀਸੂ ਨਾ ਸਿਰਫ ਸਹੀ ਸਮੇਂ ਤੇ ਆਏ, ਉਹ ਸੰਪੂਰਨ ਸੰਦੇਸ਼ ਲੈ ਕੇ ਆਏ। ਉਹ ਉਮੀਦ ਦੇ ਪ੍ਰਕਾਸ਼ ਨੂੰ ਲੈ ਆਏ। ਤਲਵਾਰ ਦੁਆਰਾ ਸ਼ਾਂਤੀ ਸੰਸਾਰ ਵਿੱਚ ਇੱਕ ਗੁਰੂਪੂਰਨ ਸ਼ਾਂਤੀ ਲਾਉਣਗੇ। ਹਿੰਸਾ ਅਤੇ ਬਦਲੇ ਦੀ ਦੁਨੀਆ ਵਿੱਚ ਉਹ ਆਪਣੇ ਦੁਸ਼ਮਣਾਂ ਨੂੰ ਪਿਆਰ ਕਰਨਾ ਸਿਖਾਣਗੇ। ਮੌਤ ਦੀ ਇਸ ਦੁਨੀਆ ਵਿੱਚ ਉਹਨਾਂ ਨੇ ਨਵੇਂ ਤੇ ਸਦੀਵੀ ਜੀਵਨ ਦੀ ਉਮੀਦ ਦੀ ਪੇਸ਼ਕਸ਼ ਕੀਤੀ ਹੈ। ਰੋਮੀਆਂ ਨੇ ਦਹਿਸ਼ਤ ਦੀ ਸ਼ਕਤੀ ਦੁਆਰਾ ਦਬਦਬਾ ਬਣਾਇਆ। ਉਹ ਪਿਆਰ ਦੁਆਰਾ ਸੰਸਾਰ ਤੇ ਰਾਜ ਕਰਨਗੇ। ਇਹ ਦੁਨੀਆ ਨੂੰ ਹਾਸਲ ਕਰਨ ਦਾ ਇੱਕ ਸੁਨੇਹਾ ਜਦੋਂ ਸਮਾਂ ਪੂਰਾ ਹੋਇਆ, ਜਦੋਂ ਉਹਨਾਂ ਦਾ ਸੱਚ ਅਤੇ ਪਿਆਰ ਸਭ ਤੋਂ ਵੱਧ ਪ੍ਰਭਾਵ ਨਾਲ ਫੈਲ ਸਕਦਾ ਹੈ। ਯੀਸੂ ਨੇ ਸਭ ਤੋਂ ਕੱਟੜਪੰਥੀ, ਸਭ ਤੋਂ ਸ਼ਾਨਦਾਰ ਸੰਦੇਸ਼ ਲਿਆਉਣ ਲਈ ਆਏ ਸਨ, ਜੋ ਪਹਿਲਾਂ ਕਦੇ ਵੀ ਪੇਸ਼ ਨਹੀਂ ਕੀਤਾ ਗਿਆ। ਤਬੇਲੇ ਵਿੱਚ ਜੋ ਕੁਝ ਜਲਦੀ ਹੋਣ ਵਾਲਾ ਸੀ, ਨਿੱਕੇ ਜਿਹੇ ਬੇਥਲਹਿਮ ਵਿੱਚ, ਜੋ ਇਤਿਹਾਸ ਨੂੰ ਬਦਲ ਦੇਵੇਗਾ ਸਹੀ ਸਮੇਂ ਤੇ ਸਦਾ ਦੇ ਲਈ। ਉਨੀ ਦਿਨੀ ਇਹ ਹੋਇਆ ਕਿ ਕੇਸਰ ਅਗਸਤਸ ਦੇ ਕੋਲੋਂ ਹੁਕਮ ਨਿਕਲਿਆ ਜੋ ਸਾਰੀ ਦੁਨੀਆ ਦੀ ਮਦਮੂਸ਼ ਮਾਰੀ ਹੋਵੇ, ਤਦੋਂ ਸਭ ਆਪੋ ਆਪਣੇ ਨਗਰ ਨੂੰ ਨਾਮ ਲਿਖਾਉਣ ਚੱਲੇ।
ਅਤੇ ਯੂਸੁਫ ਵੀ ਗਲੀਲ ਨਸਰਤ ਨਗਰੋਂ ਯਹੂਦਾ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਿਮ ਕਹਾਉਂਦਾ ਹੀ ਗਿਆ। ਯੂਸੁਫ ਉੱਥੇ ਇਸ ਲਈ ਗਿਆ ਕਿਉਂਕਿ ਉਹ ਦਾਊਦ ਦੇ ਘਰਾਣੇ ਵਿੱਚੋਂ ਸੀ। ਮਰੀਮ ਨਾਲ ਆਪਣਾ ਨਾਮ ਦਰਜ ਕਰਾਉਣ ਗਿਆ ਕਿਉਂਕਿ ਉਹ ਮਰੀਮ ਨਾਲ ਵਿਆਹ ਕਰਾਉਣ ਵਾਲਾ ਸੀ ਜੋ ਗਰਭਵਤੀ ਸੀ। हट मेरे रास्ते तो। ਇਸ ਨੂੰ ਸੈਨਾ ਭਵਨ ਦੇ ਦਰਵਾਜ਼ੇ ਤੇ ਰੱਖ ਦੇ। ਧਿਆਨ ਰੱਖੀ, ਇਸ ਨੂੰ ਸਾਹਮਣੇ ਟੰਗੀ ਵੇਖੀ ਕਿ ਲੋਕੀ ਉਸ ਦਾ ਪਾਲਣ ਕਰਨ। ਹਟੋ, ਰੋਮ ਲਈ ਰਸਤਾ ਛੱਡੋ। ਚਲੋ, ਰੋਮ ਲਈ ਰਸਤਾ ਛੱਡੋ। ਇਹ ਰੋਮ ਹੈ, ਹਟ ਜਾਓ। ਮੇਰਾ ਰਸਤਾ ਛੱਡੋ ਤੁਸੀਂ। ਇਹ ਰੋਮ ਹੈ, ਮੇਰੇ ਰਸਤੇ ਵਿੱਚੋਂ ਹਟ ਜਾਓ ਤੁਸੀਂ। ਰੋਮੀ ਸਾਮਰਾਜ ਉਹਨਾਂ ਸਾਰੀਆਂ ਇਜ਼ਰਾਈਲੀਆਂ ਦਾ ਨਾਮ ਦਰਜ ਕਰ ਰਿਹਾ ਸੀ ਜੋ ਰਾਜਾ ਦਾਊਦ ਦੇ ਘਰਾਣੇ ਵਿੱਚੋਂ ਸੀ ਅਤੇ ਉਹਨਾਂ ਨੂੰ ਹੁਕਮ ਸੀ ਕਿ ਉਹ ਬੈਤਲਹਿਮ ਵਿੱਚ ਆਪਣੇ ਆਪਣੇ ਨਗਰ ਨੂੰ ਜਾਣ ਜਿਸ ਵਿੱਚ ਮਰੀਮ ਤੇ ਯੂਸੁਫ ਸ਼ਾਮਿਲ ਸੀ। ਤੇ ਹਾਲਾਂਕਿ ਮਰੀਮ ਇਸ ਸਮੇਂ ਗਰਭਵਤੀ ਸੀ, ਉਹਨਾਂ ਨੇ ਦਾਊਦ ਦੇ ਸ਼ਹਿਰ ਬੈਤਲਹਿਮ ਦੀ ਯਾਤਰਾ ਸ਼ੁਰੂ ਕੀਤੀ ਨਾਮ ਲਿਖਾਉਣ ਦੇ ਲਈ ਰੋਮੀ ਟੈਕਸ ਵਿਵਸਥਾ ਦੇ ਲਈ। बस यही है। मैरी ठीक है। ਉਹ ਦਿਨ ਆ ਗਿਆ ਜਦੋਂ ਮਰੀਮ ਤੇ ਯੂਸੁਫ ਨੂੰ ਨਸਰਤ ਦਾ ਆਪਣਾ ਸ਼ਾਂਤ ਘਰ ਛੱਡਣਾ ਪਿਆ ਤੇ ਬੈਤਲਹਿਮ ਵਿੱਚ ਆਪਣਾ ਨਾਂ ਲਿਖਾਉਣ ਦੇ ਲਈ ਆਪਣੀ ਯਾਤਰਾ ਤੇ ਨਿਕਲ ਗਏ। ਮੈਨੂੰ ਤੇਰੀ ਯਾਦ ਆਏਗੀ, ਆਉਣ ਲਈ ਸ਼ੁਕਰੀਆ। ਉਹਨਾਂ ਦੇ ਦੋਸਤ ਤੇ ਪਰਿਵਾਰ ਦੇ ਲੋਕਾਂ ਉਹਨਾਂ ਨੂੰ ਸ਼ੁਭਕਾਮਨਾ ਦੇਣ ਦੇ ਲਈ ਇਕੱਠਾ ਹੋਏ। ਛੇਤੀ ਹੀ ਪੈਦਾ ਹੋਣ ਵਾਲੇ ਬੱਚੇ ਦੇ ਲਈ ਦਸਤਕਰੀ ਕੀਤੇ ਹੋਏ ਤੋਹਫੇ ਦਿੱਤੇ। ਇਹ ਤੋਹਫਾ ਸ਼ੁਕਰੀਆ ਬੱਚੇ ਦੇ ਲਈ ਹੈ। ਸ਼ੁਕਰੀਆ। ਤੇ ਅਸੀਸਾਂ ਦੇ ਸ਼ਬਦ ਬੋਲੇ ਤੇ ਉਹਨਾਂ ਦੇ ਲਈ ਪ੍ਰਾਰਥਨਾ ਤੇਰੀ ਕੀਤੀ। ਯਾਦ ਆਊਗੀ। ਪਰਮਾਤਮਾ ਤੇਰਾ ਭਲਾ ਕਰੇ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਮੈਂ ਤੇਰੇ ਲਈ। ਸ਼ੁਕਰੀਆ। ਮੈਰੀ, ਇਹ ਤੇਰੇ ਲਈ ਹੈ। ਓਹ ਇਸ ਦੇ ਨਾਲ ਉਸ ਨੂੰ ਸਫ਼ਰ ਵਿੱਚ ਗਰਮਾਇਸ਼ ਮਿਲਦੀ ਰਹੇਗੀ। ਓਹ ਮੈਂ ਇਸ ਦਾ ਧਿਆਨ ਰੱਖਾਂਗੀ। ਬਿਲਕੁਲ, ਮੈਂ ਤੈਨੂੰ ਯਾਦ ਕਰਾਂਗੀ। ਤੁਸੀਂ ਆਪਣੀਆਂ ਪ੍ਰਾਰਥਨਾਵਾਂ ਨੌਜਵਾਨ ਵਿੱਚ ਜੋੜਾ ਸਾਨੂੰ ਯਾਦ ਪਹਿਲਾ ਰੱਖਿਓ। ਕਦਮ ਚੁੱਕਣ ਹੀ ਵਾਲਾ ਸੀ, ਇੱਕ ਪਰ ਇਹੋ ਜਿਹੀ ਅਦਭੁਤ ਦੁਨੀਆ ਵਿੱਚ ਜਾਣ ਦੇ ਲਈ ਜਿਸ ਦੀ ਉਹਨਾਂ ਨੇ ਕਲਪਨਾ ਹੀ ਨਹੀਂ ਕੀਤੀ ਹੋਵੇਗੀ। ਆਰਾਮ ਦਾ ਸਮਾਂ ਹੋ ਗਿਆ।
ਆਪਣੀ ਯਾਤਰਾ ਦੇ ਹਰ ਇੱਕ ਕਦਮ ਦੇ ਨਾਲ ਮਰੀਮ ਤੇ ਯੂਸਫ ਆਪਣੇ ਉਸ ਇੱਕੋ ਇੱਕ ਘਰ ਤੋਂ ਦੂਰ ਹੁੰਦੇ ਗਏ ਜਿਸ ਨੂੰ ਉਹ ਜਾਣਦੇ ਸੀ। ਘੁਮਾਵਦਾਰ ਰਾਸਤੇ ਤੇ ਹਰ ਇੱਕ ਮੋੜ ਦੇ ਨਾਲ ਜੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਹੋਰ ਵੱਧ ਦੂਰ ਹੁੰਦੇ ਗਏ ਜੋ ਨਾਸਰਤ ਵਿੱਚ ਉਹਨਾਂ ਦੇ ਜਾਣੂ ਤੇ ਸੁਖਦਾਈ ਸੀ। ਮਰੀਮ ਤੇ ਯੂਸਫ ਨੂੰ ਬੈਤਲਹਿਮ ਪਹੁੰਚਣ ਦੇ ਲਈ ਕਰੀਬ 90 ਮੀਲ ਦੀ ਯਾਤਰਾ ਤੈਅ ਕਰਨੀ ਪਏਗੀ ਤੇ ਸਭ ਤੋਂ ਵੱਧ ਸੰਭਾਵਨਾ ਇਸ ਗੱਲ ਦੀ ਸੀ ਕਿ ਉਹਨਾਂ ਨੂੰ ਇੱਕ ਬੇਰਹਿਮ ਤੇ ਖਤਰਨਾਕ ਦੁਨੀਆ ਦਾ ਸਾਹਮਣਾ ਕਰਨਾ ਪਏਗਾ। ਮੈਨੂੰ ਪਾਣੀ ਲਿਆ ਕੇ ਦਿਓ। ਬਿਲਕੁਲ ਬਕਵਾਸ, ਤੁਹਾਡੇ ਵਰਗਾ। ਚਲੋ ਚੱਲਦੇ ਹਾਂ। ਬੈਤਲਹਿਮ ਯੀਸੂ ਦੇ ਜਨਮ ਦੀ ਮੇਜ਼ਬਾਨੀ ਕਰੇਗਾ। ਇੱਕ ਇਹੋ ਜਿਹੀ ਘਟਨਾ ਜਿਸ ਦੇ ਸ਼ਾਇਦ ਹੀ ਸੰਸਾਰ ਨੇ ਗੌਰ ਕੀਤਾ ਹੋਵੇਗਾ, ਫਿਰ ਵੀ ਇੱਕ ਇਹੋ ਜਿਹੀ ਘਟਨਾ ਜਿਸ ਨੇ ਹਰ ਇੱਕ ਮਨੁੱਖ ਜੀਵਨ ਦੀ ਕਿਸਮਤ ਨੂੰ ਬਦਲ ਦਿੱਤਾ। ਬੈਤਲਹਿਮ ਇੱਕ ਨਿੱਕਾ ਜਿਹਾ ਸ਼ਹਿਰ ਕਾਫੀ ਉਬਾਊ ਰਿਹਾ। ਇਸ ਤਰ੍ਹਾਂ ਕਈ ਸਾਲ ਬੀਤ ਗਏ। ਰੱਬੀਆਂ ਨੇ ਯਾਦ ਕੀਤਾ ਤੇ ਵਿਦਵਾਨਾਂ ਨੇ ਪਿੰਡ ਦੀ ਪੂਰੀ ਨਿਗਾਹ ਰੱਖੀ। ਬਾਕੀ ਸਾਰੇ ਬਿਨਾਂ ਕਿਸੇ ਧਿਆਨ ਦੇ ਇਸ ਦੇ ਕੋਲੋਂ ਦੀ ਲੰਘ ਗਏ। ਇਸ ਲਈ ਉਸ ਅਦਭੁਤ ਦਿਨ ਵਿੱਚ ਜਦੋਂ ਇੱਕ ਕਿਸਾਨ ਤੇ ਉਸ ਦੀ ਮੰਗੇਤਰ ਥੱਕੇ ਹੋਏ ਉਸ ਭੀੜ ਭਰੇ ਸ਼ਹਿਰ ਵਿੱਚ ਪਹੁੰਚੇ ਤਾਂ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਦੁਨੀਆ ਬਦਲਣ ਵਾਲੀ ਹੈ ਸਦਾ ਦੇ ਲਈ। मदद करो, मदद करो, मदद करो। ले फड़,
नहीं है, कोई नहीं है। ਕੋਈ ਕੇਵਲ ਉਸ ਦ੍ਰਿਸ਼ ਦੀ ਕਲਪਨਾ ਕਰ ਸਕਦਾ ਹੈ ਜਿਸ ਦਾ ਮਰੀਮ ਤੇ ਯੂਸੁਫ ਨੇ ਪਹਿਲੀ ਵਾਰ ਸਾਹਮਣਾ ਕੀਤਾ ਸੀ ਜਦੋਂ ਬੈਤਲਹਿਮ ਦੇ ਫਟਕਾਂ ਦੇ ਕੋਲ ਪਹੁੰਚੇ। ਰੁਕ ਜਾਣ ਲਈ ਸ਼ੋਰ ਮਚਾਉਂਦੇ ਹੋਏ ਮੁਸਾਫਿਰ, ਆਪਣੇ ਸਮਾਨ ਨੂੰ ਵੇਚਦੇ ਹੋਏ ਵਿਕਰੇਤਾ ਬੈਤਲਹਿਮ ਦੇ ਸਭ ਤੋਂ ਵਧੀਆ ਤਾਂ ਸਭ ਤੋਂ ਬੱਤਰ ਮਿਲ ਜੁਲ ਰਹੇ ਸੀ ਜੀਵਿਤ ਬਚੇ ਰਹਿਣ ਦੇ ਲਈ ਤੇ ਠਿਕਾਣਾ ਲੱਭਣ ਦੇ ਲਈ। शुक्रिया शुक्रिया, बहुत बहुत शुक्रिया। नहीं नहीं, ਯੂਸੁਫ ਨੇ ਜੋ ਦੇਖਿਆ ਉਸ ਨਾਲ ਉਹ ਭਾਵੁਕ ਹੋ ਜਾਂਦਾ। ਮਰੀਮ ਕਿਸੇ ਵੀ ਪਲ ਪਰਮੇਸ਼ਰ ਦੇ ਪੁੱਤਰ ਨੂੰ ਜਨਮ ਦੇ ਸਕਦੀ ਸੀ ਤੇ ਇਸ ਤਰ੍ਹਾਂ ਬਹੁਤ ਹੀ ਸ਼ਿੱਦਤ ਨਾਲ ਇੱਕ ਆਸਰਾ ਲੱਭਣ ਦੀ ਖੋਜ ਸ਼ੁਰੂ ਹੋ ਗਈ। मैं रुकण वास्ते कोई थां लभ रहा। ओए अगे वधो, चलो। मदद करियो। पीछे हटो, पीछे हटो। कमरा है, कोई कमरा चाहिए। वीर जी मेरी चले जाओ इथों, कोई भी कमरा नहीं है। कोई भी खाली कमरा नहीं है। ਮਰੀਮ ਨੇ ਸੰਸਾਰ ਦੇ ਦ੍ਰਿਸ਼ਾਂ ਤੇ ਆਵਾਜ਼ਾਂ ਨੂੰ ਸੁਣਿਆ ਜੋ ਇੰਨੇ ਵਿਅਸਤ ਤੇ ਇੰਨੇ ਪਾਪਮਈ ਸੀ ਗੌਰ ਕਰਨ ਦੇ ਲਈ ਕਿ ਉਹਨਾਂ ਦੇ ਵਿੱਚ ਮਸੀਹਾ ਪੈਦਾ ਹੋਣ ਵਾਲੇ ਨੇ। ਮਰੀਮ ਜਾਣਦੀ ਸੀ ਕਿ ਉਸ ਦਾ ਪੁੱਤਰ ਪਰਮੇਸ਼ਵਰ ਦਾ ਸੰਤਾਨ ਕਹਾਏਗਾ। ਯੀਸ਼ੂ ਉਹਨਾਂ ਦਾ ਰਖਵਾਲਾ ਉਸ ਦਿਨ ਸ਼ਾਂਤੀ ਨਾਲ ਬੈਤਲਹਿਮ ਵਿੱਚ ਅਵਤਾਰ ਹੋਵੇਗਾ। खाली कमरा किथे दस्यो मैनू। अच्छा ठीक है। ओए ओए मेरी गल सुन, सानू कमरा मिल सकता है कि सच्ची? हाँ, मैं एक सराय वेख के आया हाँ। ठीक है, ਅਸੀਂ ਉੱਥੇ ਚੱਲਦੇ ਹਾਂ, ਠੀਕ ਆ?
ध्यान नाल मैं कमरा लभ लिया है। आराम नाल। तू ठीक है ना? कोई तकलीफ तो नहीं? चलो जाओ सारे अपने अपने घरां नूं जाओ। मैं कुछ भी नहीं कर सकती तुहाडे लई। मैनूं तुहाडी लोड़ नहीं है। हटो हटो परां हटो। हट जाओ मेरे रास्ते चों हटो। परां हटो। हट जाओ जाओ। नहीं 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 बिल्कुल नहीं। जाओ कृपा करके जाओ चले जाओ। मैं माफी चाहता हाँ। मैं ते मेरी पत्नी पूरे दिन के सफर से निकले हुए हाँ। असी इत्थों दे नहीं हाँ। असी नाजरा तो आए हाँ। वो गर्भवती है। वो बच्चे को जन्म देने वाली है। मैं यही पूछना चाहता तुम्हारे कोल कोई कमरा है? ठीक है। मैं एक तरखाना मैं इस दे लई सुनो ਇਹ ਸਵਰਗੀ ਯੋਜਨਾ ਦੇ ਦੁਆਰਾ ਸੀ ਕਿ ਯੀਸੂ ਇਸ ਸੰਸਾਰ ਵਿੱਚ ਆਰਾਮਦਾਇਕ ਸਰਾਏ ਵਿੱਚ ਨਹੀਂ ਬਲਕਿ ਕਿਸੇ ਮਾਮੂਲੀ ਜਿਹੇ ਜਗ੍ਹਾ ਗੋਸ਼ਾਲਾ ਵਿੱਚ ਅਵਤਰਿਤ ਹੋਣਗੇ। ਇਹ ਘਟਨਾ ਕੋਈ ਕੁਝ ਪਲਾਂ ਦੀ ਪ੍ਰੇਰਣਾ ਨਹੀਂ ਸੀ। ਇਹ ਮਾਨਵ ਇਤਿਹਾਸ ਦਾ ਨਿਰਣਾਇਕ ਪਲ ਸੀ। ਇੱਕ ਥਾਂ ਤੇ ਉਹਨਾਂ ਦੇ ਜਨਮ ਦੀ ਹਾਲਤ ਪਹਿਲਾਂ ਤੋਂ ਹੀ ਸੀ ਪਰਮੇਸ਼ਵਰ ਦੁਆਰਾ। जाना किथे? एक गुफा है इधर इधर। सीधा जाना है? ਸੰਸਾਰ ਦੇ ਪ੍ਰਭੂ ਨੇ ਸ਼ਾਂਤੀ ਦੇ ਇਸ ਸੰਸਾਰ ਵਿੱਚ ਪ੍ਰਵੇਸ਼ ਕਰਨਾ ਚੁਣਿਆ। ਇੱਕ ਅਸ਼ਾਂਤ ਮਾਹੌਲ ਦੇ ਵਿੱਚ ਇੱਕ ਬਿਨਾਂ ਘਰ ਦਾ ਜਨਮ ਹਿੱਸਾ ਬਣ ਗਿਆ ਇੱਕ ਬੇਘਰ ਜੀਵਨ ਦਾ। ਆਪਣੇ ਜੀਵਨ ਵਿੱਚ ਮਾਨਵਤਾ ਦੀ ਮਨਾਹੀ ਨੂੰ ਸਵੀਕਾਰ ਕਰਦੇ ਹੋਏ ਯਿਸੂ ਦੁਨੀਆ ਦਾ ਇੱਕ ਪੱਕਾ ਅਟੁੱਟ ਪ੍ਰੇਮ ਦਾ ਸੰਦੇਸ਼ ਦੇਣਗੇ। ਸਾਡੇ ਕੋਲ ਉਹਨਾਂ ਦੇ ਲਈ ਕੋਈ ਜਗ੍ਹਾ ਨਹੀਂ ਸੀ, ਪਰ ਹੁਣ ਤੇ ਹੋਰ ਬੇਘਰ ਨਹੀਂ ਨੇ। ਇੱਕ ਦਿਨ ਉਹ ਸਵਰਗ ਦਾ ਦਰਵਾਜ਼ਾ ਖੋਲ ਦੇਣਗੇ ਤਾਂ ਜੋ ਕੋਈ ਵੀ ਠੰਡ ਵਿੱਚ ਨਾ ਰਵੇ। ਤਾਂ ਇਹੋ ਹੋਇਆ ਕਿ ਉਹਨਾਂ ਦੇ ਉੱਥੇ ਹੁੰਦਿਆਂ ਮਰੀਅਮ ਦੇ ਜਾਣਦੇ ਦੇ ਦਿਨ ਪੂਰੇ ਹੋ ਗਏ ਅਤੇ ਉਹ ਆਪਣਾ ਜੇਠਾ ਪੁੱਤਰ ਜਣੀ ਹੋਰ ਉਹਨੂੰ ਕੱਪੜੇ ਵਿੱਚ ਵਲੇਟ ਕੇ ਖੁਰਲੀ ਵਿੱਚ ਰੱਖਿਆ ਕਿਉਂਕਿ ਉਹਨਾਂ ਨੂੰ ਸਾਰਾ ਵਿੱਚ ਥਾਂ ਨਾ ਮਿਲੀ।
ਪ੍ਰਭੂ ਆਪ ਹੀ ਤੁਹਾਨੂੰ ਇੱਕ ਇਸ਼ਾਰਾ ਦੇਣਗੇ। ਸੁਣੋ, ਇੱਕ ਕੁਆਰੀ ਗਰਭਵਤੀ ਹੋਵੇਗੀ ਤੇ ਉਹ ਇੱਕ ਪੁੱਤਰ ਪੈਦਾ ਕਰੇਗੀ ਤਾਂ ਉਸ ਦਾ ਨਾਂ ਰੱਖੇਗੀ ਇਮੈਨੂਅਲ, ਜਿਸ ਦਾ ਮਤਲਬ ਹੈ ਪਰਮੇਸ਼ਰ ਸਾਡੇ ਨਾਲ ਹੈ। ਇਮੈਨੂਅਲ। ਉਸ ਪਲ ਦੀ ਕਲਪਨਾ ਕਰੋ ਜਦੋਂ ਯੂਸੁਫ ਤੇ ਮਰੀਮ ਨੇ ਪਹਿਲੀ ਵਾਰ ਬਾਲਕ ਮਸੀਹਾ ਨੂੰ ਦੇਖਿਆ। ਕਿੰਨਾ ਮਹਾਨ ਪਲ ਹੈ। ਅਨੰਤ ਸੀਮਤ ਦੇ ਵਿੱਚ ਵਸਣ ਲਈ ਆਇਆ ਹੈ, ਅਪੂਰਨ ਵਿੱਚ ਸੰਪੂਰਨ ਹੈ ਅਤੇ ਇਸ ਸੰਸਾਰ ਦੇ ਇੱਕ ਇਹੋ ਜਿਹੇ ਇਨਸਾਨ ਦੀ ਮੌਜੂਦਗੀ ਦੀ ਕਿਰਪਾ ਹੋਈ ਹੈ ਜਿਸ ਨੂੰ ਇਸ ਦੀ ਦੁਆਰਾ ਕਰਦੇ ਹੀ ਸੀਮਿਤ ਨਹੀਂ ਕੀਤਾ ਜਾ ਸਕਦਾ ਹੈ। ਉਹ ਜਾਣਦੇ ਸੀ ਕਿ ਇਹ ਬੱਚਾ ਦੂਜੇ ਬੱਚਿਆਂ ਦੇ ਵਰਗਾ ਨਹੀਂ ਸੀ ਅਤੇ ਭਵਿੱਖਬਾਣੀਆਂ ਦੇ ਉਸ ਦੇ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ। ਇਸ ਤਰ੍ਹਾਂ ਕੋਈ ਹੋਰ ਬੱਚਾ ਪੈਦਾ ਨਹੀਂ ਹੋ ਸਕਦਾ ਸੀ। ਕੁਆਰੀ ਦੁਆਰਾ ਜਨਮ ਦਾ ਚਮਤਕਾਰ। ਯੀਸੂ ਦਾ ਜਨਮ ਹੋਇਆ ਹੈ। ਮਸੀਹਾ ਨੇ ਅਵਤਾਰ ਲਿਆ ਹੈ, ਜਗਤ ਦਾ ਤਰਨਹਾਰ। ਜਦੋਂ ਇਹ ਅਲੌਕਿਕ ਤੇ ਸ਼ਾਨਦਾਰ ਘਟਨਾ ਵਾਪਰੀ ਉਸ ਰਾਤ ਬੈਤਲਹਿਮ ਵਿੱਚ, ਤੁਹਾਨੂੰ ਕੀ ਲੱਗਦਾ ਹੈ ਸਭ ਤੋਂ ਪਹਿਲਾਂ ਵਧਾਈ ਦੇਣ ਵਾਲੇ ਕਿਹੜੇ ਲੋਕ ਹੋਣਗੇ? ਦੁਨੀਆ ਦੇ ਬਾਦਸ਼ਾਹ, ਪੁਜਾਰੀ ਅਤੇ ਨਬੀ, ਸਿਪਾਹੀ ਅਤੇ ਵਿਦਵਾਨ? ਨਹੀਂ, ਇਹ ਸਨਮਾਨ ਬਾਹਰ ਦੇ ਲੋਕਾਂ ਦੇ ਲਈ ਇੱਕ ਰਾਖਵਾਂ ਸੀ, ਮਤਲਬ ਗਰੀਬ ਚਰਾਵਾਹਿਆਂ ਦਾ ਇੱਕ ਸਮੂਹ ਨੂੰ ਜੋ ਬੈਤਲਹਿਮ ਦੇ ਬਾਹਰ ਆਪਣੀ ਭੇਡਾਂ ਨੂੰ ਚਰਾ ਰਿਹਾ ਸੀ। ਉਹ ਸਥਾਨਕ ਸੱਜਣ ਵਰਗ ਦੁਆਰਾ ਨਿਮਨ ਸਮਝ ਗਏ ਲੋਕਾਂ ਵਿੱਚੋਂ ਸਭ ਤੋਂ ਨਿਮਕ ਲੋਕ ਸੀ। ਉਹਨਾਂ ਲੋਕਾਂ ਦੀ ਚਮੜੀ ਪਸੀਨੇ ਨਾਲ ਚਮਕ ਰਹੀ ਸੀ। ਉਹਨਾਂ ਦੇ ਕੱਪੜਿਆਂ ਤੋਂ ਜਾਨਵਰਾਂ ਤੇ ਖੇਤਾਂ ਦੀ ਬਦਬੂ ਆ ਰਹੀ ਸੀ। ਉਹ ਏਦਾਂ ਦੇ ਲੋਕ ਸਨ ਜਿਨ੍ਹਾਂ ਵਿੱਚ ਬੁਨਿਆਦੀ ਸ਼ਿਸ਼ਟਾਚਾਰ ਦੀ ਘੱਟ ਸੀ। ਉਹਨਾਂ ਦੇ ਬਾਈਬਲ ਵਿੱਚ ਕਿਤੇ ਵੀ ਨਾਮ ਨਹੀਂ ਦਰਜ ਸੀ। ਫਿਰ ਵੀ ਉਹਨਾਂ ਦੇ ਨਾਮ ਜੋ ਵੀ ਰਹੇ ਹੋਣ, ਉਹ ਮਨੁੱਖੀ ਇਤਿਹਾਸ ਦੇ ਸਭ ਤੋਂ ਆਨੰਦਮਈ ਪਲਾਂ ਦੀ ਮਹਿਮਾਨ ਸੂਚੀ ਦੀ ਸ਼ੋਭਾ ਵਧਾਉਣਗੇ। ਉਹਨਾਂ ਨੂੰ ਧਰਤੀ ਦੇ ਉੱਚਾ ਸਨਮਾਨ ਨਹੀਂ ਮਿਲਿਆ ਸੀ, ਪਰ ਇਸ ਰਾਤ ਉਹਨਾਂ ਤੇ ਸਵਰਗ ਦੁਆਰਾ ਮਿਹਰ ਕੀਤੀ ਗਈ ਸੀ। ਉਹਨਾਂ ਖੇਚ ਮਜ਼ਦੂਰਾਂ ਦੇ ਲਈ ਉਸ ਸ਼ਾਮ ਦੇ ਉਚੰਬੇ ਦੀ ਕਲਪਨਾ ਕਰੋ। ਇੱਕ ਪਲ ਨੂੰ ਆਸਮਾਨ ਵਿੱਚ ਹਨੇਰਾ ਸੀ ਤੇ ਉਹਨਾਂ ਦੇ ਮਿਜਾਜ਼ ਸ਼ਾਇਦ ਹੋਰ ਵੀ ਜ਼ਿਆਦਾ ਗੂੜ੍ਹੇ ਸਨ। ਅਗਲੇ ਹੀ ਪਲ ਉਹਨਾਂ ਦੇ ਜੀਵਨ ਹਮੇਸ਼ਾ ਦੇ ਲਈ ਬਦਲ ਜਾਣਗੇ। ਇੱਕ ਮੁਲਾਕਾਤ ਜਿਸ ਨੂੰ ਉਹ ਜਲਦੀ ਨਹੀਂ ਭੁੱਲਣਗੇ, ਨਾ ਹੀ ਆਪਣੀ ਬਾਕੀ ਜ਼ਿੰਦਗੀ ਲਈ ਯਾਦ ਕਰਨਾ ਬੰਦ ਕਰਨਗੇ। ਮੈਂ ਨਹੀਂ ਜਾਣਦਾ। ਹੁਣ ਉਸ ਦੇਸ਼ ਵਿੱਚ ਕਿੰਨੇ ਚਰਵਾਹੇ ਸਨ ਜੋ ਰਾਤ ਨੂੰ ਮੈਦਾਨ ਵਿੱਚ ਰਹਿ ਕੇ ਆਪਣੇ ਸਮੂਹ ਲਈ ਪਹਿਰਾ ਦਿੰਦੇ ਸਨ। ਤੇ ਦੇਖੋ, ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਕੇ ਖੜਿਆ ਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਚਮਕਿਆ ਤੇ ਉਹ ਬਹੁਤ ਡਰ ਗਏ। ਉਦੋਂ ਦੂਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਡਰੋ, ਕਿਉਂਕਿ ਦੇਖੋ, ਮੈਂ ਤੁਹਾਨੂੰ ਬਹੁਤ ਆਨੰਦ ਖੁਸ਼ਖਬਰੀ ਸੁਣਾਉਂਦਾ ਹਾਂ ਜੋ ਸਭ ਲੋਕਾਂ ਦੇ ਲਈ ਹੋਵੇਗੀ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀ ਦਾਤਾ ਜਨਮਿਆ ਹੈ, ਤਾਂ ਇਹ ਮਸੀਹ ਪ੍ਰਭੂ ਹੈ। ਅਤੇ ਇਹ ਤੁਹਾਡੇ ਲਈ ਨਿਸ਼ਾਨੀ ਹੋਵੇਗੀ ਕਿ ਤੁਸੀਂ ਇੱਕ ਬੱਚੇ ਨੂੰ ਚਰਨੀ ਵਿੱਚ ਪਏ ਹੋਏ ਕੱਪੜੇ ਵਿੱਚ ਲਪਟਿਆ ਹੋਇਆ ਵੇਖੋਗੇ। ਅਤੇ ਅਚਾਨਕ ਉਸ ਦੂਤ ਦੇ ਨਾਲ ਸਵਰਗੀ ਮੇਜ਼ਬਾਨਾਂ ਦੀ ਇੱਕ ਭੀੜ ਪਰਮੇਸ਼ਰ ਦੀ ਉਸਤਤ ਕਰਦੇ ਹੋਏ ਅਤੇ ਇਹ ਕਹਿੰਦੇ ਦਿਖਾਈ ਦਿੱਤੀ ਕਿ ਆਕਾਸ਼ ਵਿੱਚ ਪਰਮੇਸ਼ਰ ਦੀ ਮਹਿਮਾ ਤੇ ਪ੍ਰithvi ਤੇ ਉਹਨਾਂ ਉਨ ਮਨੁੱਖਾਂ ਵਿੱਚ ਜਿਨ੍ਹਾਂ ਤੋਂ ਉਹ ਪ੍ਰਸੰਨ ਤੇ ਸ਼ਾਂਤੀ ਹੋਵੇ। ਸਾਨੂੰ ਹੁਣੇ ਬੈਤਲਹਮ ਜਾਣਾ ਚਾਹੀਦਾ ਹੈ। ਤੁਸੀਂ ਸਾਡੇ ਨਾਲ ਆਓ। ਜਦੋਂ ਦੂਤ ਉਹਨਾਂ ਤੋਂ ਦੂਰ ਸਵਰਗ ਵਿੱਚ ਚਲੇ ਗਏ ਤਾਂ ਚਾਰਵੇਹਾਂ ਨੇ ਇੱਕ ਦੂਜੇ ਨੂੰ ਕਿਹਾ, ਆਓ ਅਸੀਂ ਬੈਤਲਹਿਮ ਜਾ ਕੇ ਇਹ ਗੱਲ ਜੋ ਹੋਈ ਹੈ
ਤੇ ਜਿਸ ਨੂੰ ਪ੍ਰਭੂ ਨੇ ਸਾਨੂੰ ਦੱਸਿਆ ਹੈ, ਚੱਲ ਕੇ ਉਸ ਨੂੰ ਦੇਖੀਏ। ਇਨ੍ਹਾਂ ਆਮ ਲੋਕਾਂ ਨੇ ਦੂਤਾਂ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਨ ਕੀਤਾ ਤੇ ਉਹ ਇੱਕ ਇਹੋ ਜਿਹੇ ਅਨੁਭਵ ਵਿੱਚ ਹਿੱਸਾ ਲੈਣ ਦੇ ਲਈ ਬੈਤਲਹਿਮ ਗਏ, ਜਿਸ ਨਾਲ ਈਸਾਈਆਂ ਦੀਆਂ ਅਣਗਿਣਤ ਪੀੜ੍ਹੀਆਂ ਨੇ ਮਸੀਹਾ ਬੱਚੇ ਦੀ ਪੂਜਾ ਕਰਨ ਤੋਂ ਈਰਖਾ ਕੀਤੀ। ਜਿਵੇਂ ਕਿ ਆਪਣੇ ਪੁੱਤਰ ਦੇ ਪੂਰੇ ਜੀਵਨ ਅਤੇ ਸੰਦੇਸ਼ ਲਈ ਮਾਹੌਲ ਬਣਾਉਣ ਦੇ ਲਈ ਪਰਮੇਸ਼ਵਰ ਨਿੱਜ ਸਮਝ ਜਾਣ ਵਾਲੇ ਚਾਰਵੇਹਾਂ ਦਾ ਇੱਕ ਵਫਦ ਲਾਏ, ਸਭ ਤੋਂ ਪਹਿਲਾਂ ਦੇਖਣ ਦੇ ਲਈ, ਪੂਜਾ ਕਰਨ ਦੇ ਲਈ, ਜਸ਼ਨ ਮਨਾਉਣ ਦੇ ਲਈ। ਉਹਨਾਂ ਨੇ ਸਾਧਾਰਨ ਲੋਕਾਂ ਨੂੰ ਆਮ ਰਸਤਾ ਅਪਣਾਉਣ ਲਈ ਤੇ ਜਲਦ ਹੀ ਵਿਦਵਾਨ ਲੋਕਾਂ ਨੂੰ ਔਖਾ ਰਸਤਾ ਅਪਣਾਉਣ ਲਈ ਸੱਦਾ ਦਿੱਤਾ, ਕਿਉਂਕਿ ਉਸ ਪਲ ਤੋਂ ਬਾਅਦ ਹੀ ਸਾਰੇ ਰਾਸਤੇ ਬਕਸੇ ਦੇ ਬੱਚੇ ਮਸੀਹ ਦੇ ਵੱਲ ਲੈ ਜਾਣਗੇ। ਓਏ ਓਏ ਚਲੇ ਜਾਓ ਇੱਥੋਂ, ਚਲੇ ਜਾਓ। ਤੁਸੀਂ ਤਿੰਨੋਂ ਭੱਜੋ ਇਧਰੋਂ, ਭੱਜੋ, ਜਾਓ, ਨਿਕਲੋ, ਜਾਓ, ਭੱਜੋ ਇੱਥੋਂ ਤੁਸੀਂ। ਦੱਸਾਂ ਤੁਹਾਨੂੰ, ਜਾਓ, ਚਲੋ, ਭੱਜੋ ਇੱਥੋਂ।
ਓਏ ਬੱਚੇ, ਕੀ ਲੱਗਦਾ ਹੈ ਤੈਨੂੰ? ਬਹੁਤ ਹੀ ਵਧੀਆ। ਜਦੋਂ ਉਸ ਰਾਤ ਚਰਵਾਹੇ ਨੇ ਤਬੇਲਾ ਛੱਡਿਆ, ਜਿਵੇਂ ਬਾਈਬਲ ਵਿੱਚ ਦੱਸਿਆ ਹੈ, ਉਹਨਾਂ ਨੇ ਰਾਸਤੇ ਵਿੱਚ ਸਾਰਿਆਂ ਨੂੰ ਉਹਨਾਂ ਗੱਲਾਂ ਦੇ ਬਾਰੇ ਦੱਸਿਆ ਜੋ ਉਹਨਾਂ ਦੇ ਨਾਲ ਵਾਪਰੀਆਂ ਸਨ। ਉਹਨਾਂ ਦਾ ਜੀਵਨ ਦੁਬਾਰਾ ਕਦੀ ਪਹਿਲਾਂ ਵਰਗਾ ਨਹੀਂ ਹੋਇਆ। ਆਸਮਾਨ ਕਦੇ ਵੀ ਇੰਨਾ ਕਾਲਾ ਨਹੀਂ ਲੱਗਿਆ। ਉਹ ਜਾਣ ਗਏ ਕਿ ਜਦੋਂ ਉਹ ਰਾਤ ਨੂੰ ਆਪਣੀਆਂ ਭੇਡਾਂ ਦੀ ਰਖਵਾਲੀ ਕਰਦੇ ਸੀ ਤਾਂ ਕੋਈ ਉਹਨਾਂ ਤੋਂ ਮਹਾਨ ਉਹਨਾਂ ਦੀ ਰਖਵਾਲੀ ਕਰ ਰਿਹਾ ਸੀ। ਉਸ ਰਾਤ ਦੂਤਾਂ ਦੀ ਘੋਸ਼ਣਾ ਵਿੱਚ ਕੁਝ ਆਨੰਦਮਈ ਪਾਇਆ ਗਿਆ, ਕੁਝ ਉਮੀਦ ਭਰਿਆ ਤੇ ਸ਼ਾਂਤੀ ਭਰਿਆ। ਨਵੇਂ ਜੰਮੇ ਰਾਜਾ ਦੇ ਮੌਜੂਦਗੀ ਵਿੱਚ ਇਕੱਠੇ ਹੋਏ ਇਨ੍ਹਾਂ ਗਰੀਬ ਚਰਵਾਹੇ ਦੇ ਤਸਵੀਰ ਵਿੱਚ ਥੇ ਰਾਜਿਆਂ ਦੀ ਗੱਲ ਕਰੀਏ ਤਾਂ ਸਾਡੀ ਕਹਾਣੀ ਖਤਮ ਨਹੀਂ ਹੋਈ ਹੈ। ਕੁਝ ਬਹੁਤ ਜ਼ਿਆਦਾ ਅਦਭੁਤ ਹੋਣ ਵਾਲਾ ਹੈ। ਨਵੇਂ ਜੰਮੇ ਰਾਜਾ ਨੇ ਦੂਰ ਦੁਰਾਡੇ ਦੀ ਦੁਨੀਆ ਦੇ ਰਾਜਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬਹੁਤ ਪੁਰਾਣੀ ਤਸਵੀਰ ਬਾਰੇ ਕੁਝ ਜਾਦੂਈ ਤੇ ਰਹੱਸਮਈ ਹੈ। ਇੱਕ ਮਹਾਦਵੀਪ ਦੇ ਪਾਰ ਤੋਂ ਮਾਰੂਥਲ ਦੀ ਰੇਤ ਦੀ ਉੱਤੋਂ ਦੀ ਚਮਕਦੇ ਸੂਰਜ ਦੇ ਸ਼ਾਂਤ ਤਾਰਿਆਂ ਦੇ ਥੱਲੋਂ ਇੱਕ ਉਤਸੁਕ ਕਾਫਲਾ ਚੱਲਦਾ ਹੈ। ਦੂਰ ਦੁਰਾਡੇ ਦੇਸ਼ਾਂ ਵਿੱਚ ਇਨ੍ਹਾਂ ਆਦਮੀਆਂ ਨੇ ਸ਼ਾਮ ਦੇ ਆਸਮਾਨ ਵਿੱਚ ਸੰਕੇਤਾਂ ਅਤੇ ਭਵਿੱਖਬਾਣੀਆਂ ਨੂੰ ਪੜ੍ਹਿਆ ਹੈ। ਇੱਕ ਸੱਚਾਈ ਨੂੰ ਮਹਿਸੂਸ ਕੀਤਾ ਹੈ ਜਿਸ ਨੂੰ ਕੁਝ ਹੋਰ ਜੀਵਿਤ ਰੂਹਾਂ ਸਾਲਾਂ ਤੋਂ ਪਹਿਚਾਣ ਰਹੀਆਂ ਸਨ। ਅਸੀਂ ਉਹਨਾਂ ਨੂੰ ਵਿਦਵਾਨ ਲੋਕਾਂ ਜਾਂ ਜੋਤਿਸ਼ੀਆਂ ਦੇ ਰੂਪ ਵਿੱਚ ਯਾਦ ਕਰਦੇ ਹਾਂ, ਜਿੱਥੇ ਸਾਨੂੰ ਇਹ ਸ਼ਬਦ ਜਾਦੂ ਮਿਲਦਾ ਹੈ ਅਤੇ ਉਹਨਾਂ ਦੀ ਸੱਚਮੁੱਚ ਹੈਰਾਨੀ ਨਾਲ ਭਰੀ ਕਹਾਣੀ ਹੈ। ਹੁਣੇ ਪੂਰਬ ਵੱਲੋਂ ਆਏ ਮਹਿਮਾਨ ਕੌਣ ਸਨ? ਪ੍ਰਾਚੀਨ ਇਤਿਹਾਸ ਦੇ ਵਿੱਚ ਬੈਤਲਹਿਮ ਅਤੇ ਤਾਰੇ ਦੀ ਘਟਨਾ ਦੀ ਪੁਸ਼ਟੀ ਕਰਦੇ ਨੇ ਤੇ ਇਹ ਕਿ ਉਹ ਮਹਿਮਾਨ ਸਨ, ਇਹੋ ਜਿਹੀਆਂ ਥਾਵਾਂ ਤੋਂ ਆਏ ਸਨ ਜਿੱਥੋਂ ਉਮੀਦ ਨਹੀਂ ਸੀ। ਉਹ ਜੋਤਿਸ਼ ਸਨ ਜੋ ਤਾਰਾ ਮੰਡਲ ਪੜ੍ਹ ਕੇ ਮਨੁੱਖ ਘਟਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸਨ। ਇਹ ਉਹਨਾਂ ਦੀ ਆਦਤ ਹੈ ਕਿ ਉਹ ਆਕਾਸ਼ ਦੀ ਤੁਲਨਾ ਯਹੂਦੀ ਸ਼ਾਸਤਰਾਂ ਸਮੇਤ ਭਵਿੱਖਬਾਣੀ ਦੇ ਸਹਿਤ ਤੋਂ ਕਰਦੇ ਨੇ। ਉਹ ਸੂਚੀ ਯਹੂਦਾ ਦੇ ਇੱਕ ਰਾਜਾ ਦੇ ਬਾਰੇ ਗੱਲ ਕਰਦੀ ਹੈ ਜਿਨ੍ਹਾਂ ਦੇ ਆਉਣ ਦੀ ਘੋਸ਼ਣਾ ਇੱਕ ਤਾਰੇ ਦੁਆਰਾ ਕੀਤੀ ਜਾਵੇਗੀ। ਵਿਦਵਾਨਾਂ ਦੇ ਕੋਲ ਉਹਨਾਂ ਸੂਚੀਆਂ ਦੀ ਇੱਕ ਨਕਲ ਹੈ। ਸਭ ਤੋਂ ਪ੍ਰਾਚੀਨ ਲਿਖਤਾਂ ਵਿੱਚੋਂ ਇੱਕ ਤਰਕਸ਼ੀਲ ਹਵਾਲਾ ਪਾਇਆ ਜਾਂਦਾ ਹੈ। ਮੈਂ ਉਹਨੂੰ ਵੇਖਦਾ ਹਾਂ ਪਰ ਹੁਣ ਨਹੀਂ। ਮੈਂ ਉਹਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ। ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਜ਼ਰਾਈਲ ਤੋਂ ਇੱਕ ਅਸਾ ਉੱਠੇਗਾ। ਗਿਣਤੀ 24:17। ਇੱਕ ਬੁੱਧੀਮਾਨ ਲੋਕ ਦੇ ਲਈ ਇਨ੍ਹਾਂ ਵਚਨਾਂ ਦੇ ਬਾਰੇ ਕੁਝ ਵੀ ਅਸਪਸ਼ਟ ਨਹੀਂ ਸੀ। ਜੇਕਰ ਅਜਿਹੀ ਰਾਜੇ ਬਾਰੇ 1000 ਸਾਲ ਪਹਿਲਾਂ ਭਵਿੱਖਬਾਣੀ ਕੀਤੀ ਗਈ ਸੀ ਤਾਂ ਉਹ ਜਾ ਕੇ ਦੇਖਣ ਲਾਇਕ ਸੀ।
ਪਰ ਹਾਲਾਂਕਿ ਇਸ ਰਾਜੇ ਦੀ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ, ਤਾਰਿਆਂ ਨਾਲ ਭਰੇ ਆਸਮਾਨ ਵਿੱਚ ਇਹ ਵਿਸ਼ੇਸ਼ ਤਾਰਾ ਕਿਉਂ ਸੀ ਜਿਸ ਨਾਲ ਸਿਆਣੇ ਬੰਦੇ ਆਕਰਸ਼ਿਤ ਹੋਏ? ਅਸੀਂ ਸਦੀਆਂ ਤੋਂ ਇਹ ਸੋਚਦੇ ਆ ਰਹੇ ਹਾਂ। ਕਈਆਂ ਨੇ ਆਕਾਸ਼ੀ ਵਰਤਰੇ ਨੂੰ ਸਿਰਫ ਵਿਗਿਆਨ ਜਾਂ ਵਾਯੂਮੰਡਲ ਦੀ ਗੜਬੜੀ ਦੇ ਤੌਰ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪਰਮੇਸ਼ਵਰ ਨੇ ਇਸ ਦੀ ਰਚਨਾ ਕੀਤੀ ਹੈ ਤੇ ਤਾਰੇ ਨੇ ਜੋਤਿਸ਼ੀਆਂ ਨੂੰ ਸਿੱਧਾ ਬੱਚੇ ਮਸੀਹ ਦੀ ਮੌਜੂਦਗੀ ਤੱਕ ਲੈ ਜਾਣ ਦੇ ਲਈ ਪਰਮੇਸ਼ਵਰ ਦੇ ਪ੍ਰਕਾਸ਼ ਦੀ ਰੋਸ਼ਨੀ ਵਜੋਂ ਸੇਵਾ ਕੀਤੀ। ਸ਼ਾਇਦ ਇੱਕ ਅਣਸੁਲਝੇ ਰਹੱਸ ਦੇ ਰੂਪ ਵਿੱਚ ਤਾਰੇ ਦਾ ਹੱਲ ਸਾਡੇ ਲਈ ਬਹੁਤ ਹੀ ਅਦਭੁਤ ਹੈ। ਕ੍ਰਿਸਮਸ ਦਾ ਉਪਹਾਰ ਉਸ ਅਨੰਤ ਦਿਨ ਤੱਕ ਨਹੀਂ ਖੋਲ੍ਹਿਆ ਜਾਣਾ ਚਾਹੀਦਾ ਜਦੋਂ ਕੋਈ ਆਸਮਾਨ ਨਹੀਂ ਹੋਵੇਗਾ ਤੇ ਜਦੋਂ ਸਾਡੇ ਸਾਰੇ ਪ੍ਰਸ਼ਨ ਦਾ ਜਵਾਬ ਦਿੱਤਾ ਜਾਏਗਾ। ਜੋ ਗੱਲ ਬਹੁਤ ਹੀ ਜ਼ਿਆਦਾ ਮਾਇਨੇ ਰੱਖਦੀ ਹੈ ਉਹ ਹੈ ਤਾਰੇ ਦਾ ਅਰਥ, ਕਿਉਂਕਿ ਉਸ ਦੇ ਪ੍ਰਕਾਸ਼ ਦੇ ਖੂਬਸੂਰਤੀ ਦੇ ਪੰਨਿਆਂ ਵਿੱਚ ਜੀਵਨ ਫੁੱਕਿਆ ਹੈ, ਸਾਨੂੰ ਬੁਲਾਉਂਦੇ ਹੋਏ ਕਿ ਅਸੀਂ ਆਈਏ ਤੇ ਭਗਤੀ ਕਰੀਏ। ਇਹ ਇੰਨਾ ਤੇਜ਼ ਚਮਕਦਾ ਹੈ ਕਿ ਦੂਜੇ ਧਰਮਾਂ ਤੇ ਦੂਜੇ ਦੇਸ਼ਾਂ ਦੇ ਲੋਕ ਸ਼ਾਂਤੀ ਦੇ ਸੱਚੇ ਰਾਜਕੁਮਾਰ ਦਾ ਬਕਸੇ ਵਿੱਚ ਆਉਣ ਦੇ ਲਈ ਮਜਬੂਰ ਹੋ ਸਕਦੇ ਨੇ। ਇਹ ਆਕਾਸ਼ ਤੇ ਛਾਇਆ ਰਿਹਾ, ਸਾਨੂੰ ਇਹ ਯਾਦ ਕਰਦੇ ਹੋਏ ਕਿ ਸਾਡਾ ਵਿਸ਼ਵਾਸ ਬਹੁਤ ਮਹਾਨ ਹੈ ਦੁਨੀਆ ਦੇ ਦੇਖਣ ਦੇ ਲਈ। ਤਾਰਾ ਇਹਨਾਂ ਜੋਤਿਸ਼ੀਆਂ ਨੂੰ ਉਹਨਾਂ ਦੀ ਮੌਜੂਦਗੀ ਦੇ ਪ੍ਰਕਾਸ਼ ਦੇ ਵੱਲ ਲੈ ਜਾਏਗਾ, ਜਿਵੇਂ ਇਹ ਅੱਜ ਸਾਡੇ ਲਈ ਕਰੇਗਾ। ਜੋ ਇੱਕ ਵਾਰ ਜਦੋਂ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਤਾਂ ਸਭ ਤੋਂ ਚਮਕਦਾਰ ਤਾਰਾ ਵੀ ਤੁਲਨਾ ਵਿੱਚ ਮੱਧਮ ਲੱਗਣ ਜਾਂਦਾ ਹੈ। ਹੈਰੋਦਸ ਰਾਜਾ ਦੇ ਦਿਨਾਂ ਵਿੱਚ ਜਦੋਂ ਯਹੂਦਾ ਦੇ ਬੈਤਲਹਿਮ ਵਿੱਚ ਯਿਸੂ ਦਾ ਜਨਮ ਹੋਇਆ ਤਾਂ ਦੇਖੋ, ਪੂਰਬ ਤੋਂ ਕਈ ਜੋਤਿਸ਼ੀ ਯਰੂਸ਼ਲਮ ਆ ਕੇ ਪੁੱਛਣ ਲੱਗੇ ਕਿ ਯਹੂਦਾ ਦਾ ਰਾਜਾ ਜਿਸ ਦਾ ਜਨਮ ਹੋਇਆ ਹੈ ਉਹ ਕਿੱਥੇ ਹੈ, ਕਿਉਂਕਿ ਅਸੀਂ ਪੂਰਬ ਵਿੱਚ ਉਸ ਦਾ ਤਾਰਾ ਦੇਖਿਆ ਹੈ ਤੇ ਉਸ ਨੂੰ ਮੱਥਾ ਟੇਕਣ ਆਏ। ਜਦੋਂ ਰਾਜਾ ਹੈਰੋਦਸ ਨੇ ਸੁਣਿਆ ਤੇ ਉਹ ਘਬਰਾ ਗਿਆ ਤੇ ਉਸ ਦੇ ਨਾਲ ਸਾਰਾ ਯਰੂਸ਼ਲਮ ਵੀ। ਫਿਰ ਹੈਰੋਦਸ ਨੇ ਜੋਤਿਸ਼ੀਆਂ ਨੂੰ ਹੌਲੀ ਜਿਹੀ ਬੁਲਾ ਕੇ ਉਹਨਾਂ ਤੋਂ ਪੁੱਛਿਆ ਕਿ ਤਾਰਾ ਠੀਕ ਕਿਸ ਸਮੇਂ ਦਿਖਾਈ ਦਿੱਤਾ ਸੀ ਤੇ ਉਸ ਨੂੰ ਇਹ ਕਹਿ ਕੇ ਉਹਨਾਂ ਨੂੰ ਬੈਤਲਹਿਮ ਭੇਜਿਆ ਕਿ ਜਾ ਕੇ ਉਸ ਬੱਚੇ ਦੇ ਬਾਰੇ ਠੀਕ ਤਰ੍ਹਾਂ ਪਤਾ ਕਰੋ ਕਿ ਜਦੋਂ ਉਹ ਮਿਲ ਜਾਵੇ ਤਾਂ ਮੈਨੂੰ ਸਮਾਚਾਰ ਦਿਓ ਤਾਂ ਮੈਂ ਵੀ ਆ ਕੇ ਉਸ ਨੂੰ ਸਜਦਾ ਕਰ ਸਕਾਂ। ਜ਼ਾਹਰ ਤੌਰ ਤੇ ਹੈਰੋਦਸ ਨੇ ਬੈਤਲਹਿਮ ਦੇ ਇਸ ਉਥਲ-ਪੁਥਲ ਦੇ ਬਾਰੇ ਸੁਣਿਆ ਸੀ ਕੁਝ ਸਾਲ ਪਹਿਲਾਂ ਕਿ ਕਿਸੇ ਮਹਿਲਾ ਨੇ ਗੁਫਾ ਵਿੱਚ ਜਨਮ ਦਿੱਤਾ ਹੈ ਤੇ ਚਾਰਵਾਹੇ ਉਸ ਬੱਚੇ ਦੀ ਭਗਤੀ ਕਰ ਰਹੇ ਨੇ। ਇਸ ਨੂੰ ਪਾਗਲਪਨ ਭਰੀ ਗੱਲ ਕਹਿ ਕੇ ਖਾਰਿਜ ਕਰ ਦਿੱਤਾ ਸੀ। ਜੇਕਰ ਉਸ ਨੂੰ ਪਤਾ ਹੁੰਦਾ ਕਿ ਬੱਚਾ ਕਿੱਥੇ ਹੈ ਤਾਂ ਉਹ ਹਾਲਾਤ ਨੂੰ ਸਾਂਭ ਲੈਂਦਾ, ਪਰ ਬੱਚੇ ਦਾ ਠਿਕਾਣਾ ਇੱਕ ਰਹੱਸ ਸੀ ਤੇ ਹੁਣ ਇਹ ਸ਼ਾਹੀ ਲੋਕ ਉਸ ਦੇ ਸਾਹਮਣੇ ਖੜ ਕੇ ਪੁੱਛ ਰਹੇ ਸਨ ਯਹੂਦੀਆਂ ਦੇ ਰਾਜਾ ਯਾਨੀ ਪੈਦਾ ਹੋਣ ਵਾਲੇ ਬੱਚੇ ਦੇ ਬਾਰੇ। ਹੈਰੋਦਸ ਨੇ ਗੌਰ ਕੀਤਾ, ਜੇ ਇਸ ਸਮੇਂ ਤੱਕ ਉਸ ਦੇ ਜੀਵਨ ਵਿੱਚ ਕੋਈ ਉਦੇਸ਼ ਬਚਿਆ ਸੀ ਤਾਂ ਐਸੀ ਵਾਰਸਾਂ ਨੂੰ ਜੜੋਂ ਪੁੱਟਣਾ ਸੀ। ਹੈਰੋਦਸ ਨੇ ਜੋਤਿਸ਼ੀਆਂ ਨੂੰ ਉਸ ਬੱਚੇ ਤੱਕ ਲੈ ਜਾਣ ਲਈ ਵਰਗਲਾਉਣ ਦੀ ਕੋਸ਼ਿਸ਼ ਕੀਤੀ, ਪਰ ਹੈਰੋਦਸ ਯਹੂਦੀਆਂ ਦੇ ਰਾਜਾ ਨੂੰ ਕਦੀ ਵੀ ਨਹੀਂ ਲੱਭ ਸਕੇਗਾ। ਸੂਝਵਾਨ ਲੋਕ ਉਸ ਦੇ ਠਿਕਾਣੇ ਦੀ ਖਬਰ ਲੈ ਕੇ ਕਦੇ ਵਾਪਸ ਨਹੀਂ ਆਣਗੇ। ਜਦਕਿ ਹੈਰੋਦਸ ਨਵੇਂ ਜੰਮੇ ਰਾਜੇ ਦੇ ਜਿਸ ਜਸ਼ਨ ਨੂੰ ਤਬਾਹ ਕਰਨਾ ਚਾਹੁੰਦਾ ਸੀ ਉਹ ਹੋਰ ਵੀ ਮਹਾਨ ਹੋ ਗਿਆ।
ਰਾਜਿਆਂ ਦੇ ਇੱਕੋ ਇੱਕ ਰਾਜਾ ਦੇ ਲਈ ਮਹਾਨ ਉਤਸਵ। ਯੀਸੂ ਦੇ ਜਨਮ ਦੀ ਰਾਤ ਚਾਰਵਾਹੇ ਆਏ ਸਨ, ਲੇਕਿਨ ਠੀਕ ਉਹਦਾ ਹੀ ਜਿਵੇਂ ਮਰੀਅਮ ਤੇ ਯੂਸੁਫ ਨੇ ਸੋਚਿਆ ਹੋਵੇਗਾ ਕਿ ਉਹਨਾਂ ਦਾ ਇੱਕ ਖਾਸ ਬੱਚਾ ਕਦੋਂ ਤੱਕ ਦੁਨੀਆ ਦੇ ਲਈ ਇੱਕ ਰਹੱਸ ਬਣਿਆ ਰਹੇਗਾ, ਉੱਥੇ ਹੁਣ ਇੱਕ ਸੁਜਵਾਨ ਲੋਕ ਪ੍ਰਗਟ ਹੋਏ ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਕਿ ਯੀਸੂ ਹੀ ਮਸੀਹ ਸੀ, ਯਾਨੀ ਮਸੀਹਾ। ਜਿਵੇਂ ਕਿ ਗੈਬਰੀਅਲ ਨੇ ਕਿਹਾ, ਉਹ ਪਰਮੇਸ਼ਵਰ ਦਾ ਪੁੱਤਰ ਹੈ, ਇਸ ਲਈ ਉਹ ਉਦਾਂ ਹੀ ਸੰਸਾਰ ਦਾ ਹੈ ਜਿਵੇਂ ਸੰਸਾਰ ਉਸ ਦਾ ਹੈ। Shah! Shah! Raja! Raja! Guava! Guava! ਅਤੇ ਇੱਕ ਕਰਕੇ ਹਰ ਇੱਕ ਫਵਦ ਬੱਚੇ ਨੂੰ ਰਾਜਾ ਕਹਿ ਕੇ ਸੰਬੋਧਨ ਕਰਦਾ ਹੈ। ਮਰੀਅਮ ਤੇ ਯੂਸੁਫ ਭੁੱਲਣ ਵਾਲੇ ਨਹੀਂ ਸਨ ਉਹਨਾਂ ਕੀਮਤੀ ਚੀਜ਼ਾਂ ਨੂੰ ਜੋ ਬੱਚੇ ਦੇ ਕਦਮਾਂ ਵਿੱਚ ਰੱਖੀਆਂ ਗਈਆਂ ਸੀ।
ਉਹਨਾਂ ਨੇ ਉਸ ਘਰ ਵਿੱਚ ਜਾ ਕੇ ਉਸ ਬੱਚੇ ਦੇ ਉਸ ਦੀ ਮਾਤਾ ਮਰੀਮ ਨਾਲ ਦੇਖਿਆ ਅਤੇ ਪੈਰੀ ਪੈ ਕੇ ਉਸ ਨੂੰ ਮਾਥਾ ਟੇਕਿਆ। ਉਹਨਾਂ ਨੇ ਆਪਣੀਆਂ ਥੈਲੀਆਂ ਖੋਲੀਆਂ ਅਤੇ ਸੋਨੇ, ਲੁਬਾਨ ਅਤੇ ਗੰਧਰਸ ਦੀਆਂ ਸੁਗਾਤਾਂ ਭੇਟ ਕੀਤੀਆਂ। ਉਹਨਾਂ ਦੀ ਪੂਰੀ ਔਖੀ ਖੋਜ ਦਾ ਉਦੇਸ਼ ਭਗਤੀ ਸੀ ਅਤੇ ਇੱਕ ਪਰਮੇਸ਼ਰ ਦੀ ਭਗਤੀ ਜ਼ਾਹਰ ਹੈ ਉਹਨਾਂ ਦੀ ਆਪਣੀ ਨਹੀਂ, ਪਰ ਇੱਕ ਇਹਦਾ ਦੇ ਪਰਮੇਸ਼ਵਰ ਦੀ ਜੋ ਉਹਨਾਂ ਤੱਕ ਪਹੁੰਚ ਰਿਹਾ ਸੀ, ਉਹਨਾਂ ਨੂੰ ਦੱਸਣ ਦੇ ਲਈ ਕਿ ਉਹਨੇ ਜਗਤ ਅਤੇ ਸਭ ਲੋਕਾਂ ਨੂੰ ਮੁਕਤੀਦਾਤਾ ਨੂੰ ਭੇਜਿਆ ਹੈ। ਇਸ ਰਾਜਾ ਦਾ ਜਨਮ ਮਾਨਵੀ ਮਿਆਰ ਦੁਆਰਾ ਇੱਕ ਸ਼ਾਨਦਾਰ ਮਾਹੌਲ ਵਿੱਚ ਨਹੀਂ ਹੋਇਆ ਸੀ, ਪਰ ਜਦੋਂ ਸਾਡੇ ਪ੍ਰਭੂ ਅੰਤ ਵਿੱਚ ਅਗਲੇ ਸੰਸਾਰ ਦੇ ਸੰਪੂਰਨ ਤੇਜ ਵਿੱਚ ਪ੍ਰਗਟ ਹੁੰਦੇ ਨੇ ਤਾਂ ਹਰ ਧਨਵਾਨ ਸ਼ਾਸਕ ਉਹਨਾਂ ਅੱਗੇ ਝੁਕਦਾ ਹੈ। ਤਾਂ ਉਸ ਪਲ ਵਿੱਚ ਪ੍ਰਾਣੀਆਂ ਵਿੱਚ ਕੋਈ ਬਹੁਤ ਮਹਾਨ ਜਾਂ ਕੋਈ ਛੋਟਾ ਨਹੀਂ ਹੋਵੇਗਾ, ਨਾ ਕੋਈ ਰਾਜਕੁਮਾਰ ਹੋਵੇਗਾ, ਨਾ ਕੋਈ ਕਿਸਾਨ। ਆਪਣੇ ਪਿਆਰੇ ਪਿਆਰੇ ਬੱਚਿਆਂ ਵਿੱਚੋਂ ਇੱਕ ਸਦੀਵੀ ਰਾਜਾ ਹੱਥਾਂ ਨੂੰ ਫੜੇ ਹੋਏ ਸਿੰਘਾਸਨ ਦੇ ਚਾਰਣਾ ਵਿੱਚ ਖੜਿਆ ਹੋਵੇਗਾ। ਯਿਸੂ ਦਾ ਪ੍ਰੇਮ ਉਦੋਂ ਤੱਕ ਬਣਿਆ ਰਹੇਗਾ ਜਦੋਂ ਤੱਕ ਉਹ ਪੂਰੇ ਸੰਸਾਰ ਵਿੱਚ ਘੁੰਮਦੇ ਰਹਿਣਗੇ, ਆਰਾਮ ਦਿੰਦੇ ਹੋਏ, ਸਿੱਖਿਆ ਦਿੰਦੇ ਹੋਏ ਤੇ ਮਨਾਂ ਨੂੰ ਬਦਲਦੇ ਹੋਏ। ਉਹਨਾਂ ਦੀ ਆਵਾਜ਼ ਸੁਣੀ ਜਾਏਗੀ ਤੇ ਉਹਨਾਂ ਦੀ ਸੇਵਕਾਈ ਮਹਿਸੂਸ ਕੀਤੀ ਜਾਏਗੀ ਉਸ ਹਰ ਜਗ੍ਹਾ ਤੇ ਜਿੱਥੇ ਉਹਨਾਂ ਦੇ ਚੇਲਿਆਂ ਨੇ ਯਾਤਰਾ ਕੀਤੀ ਹੈ। ਜਿਵੇਂ ਜਿਵੇਂ ਯਿਸੂ ਗਿਆਨ ਦੇ ਸਰੀਰਕ ਰੂਪ ਵਿੱਚ ਵਧਣਗੇ ਕਿ ਅਸੀਂ ਸ਼ੱਕ ਕਰ ਸਕਦੇ ਹਾਂ ਕਿ ਉਹਨਾਂ ਦੇ ਮਾਤਾ-ਪਿਤਾ ਨੇ ਦੂਤ ਦੇ ਵਚਨਾਂ ਨੂੰ ਵਾਰ-ਵਾਰ ਸਾਂਝਾ ਕੀਤਾ ਸੀ ਕਿ ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਤੂੰ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤ ਕਰੇਂਗਾ। ਪਰ ਕਿਵੇਂ? ਉਹਨਾਂ ਦਾ ਹੀ ਪੁੱਤਰ ਕਿਉਂ? ਯਿਸੂ ਹੀ ਕਿਉਂ? ਇੱਕ ਥੱਕੀ ਹੋਈ ਦੁਨੀਆ ਲੰਬੇ ਸਮੇਂ ਉਡੀਕ ਕਰਦੇ ਇੱਕ ਮਸੀਹਾ ਦੇ ਆਉਣ ਤੇ ਖੁਸ਼ ਹੋਈ, ਤੇ ਸਾਡੇ ਕੋਲ ਵੀ ਖੁਸ਼ ਹੋਣ ਦੇ ਲਈ ਬਹੁਤ ਕੁਝ ਹੈ। ਸੰਸਾਰ ਹੁਣ ਵੀ ਥੱਕਿਆ ਹੋਇਆ ਹੈ ਤੇ ਸ਼ਾਇਦ ਤੁਹਾਨੂੰ ਵੀ ਥਕਾਨ ਮਹਿਸੂਸ ਹੁੰਦੀ ਹੈ। ਅਸੀਂ ਆਪਣੀ ਤਣਾਅ ਭਰੀ ਜ਼ਿੰਦਗੀ ਨਾਲ ਭਰੇ ਹੋਏ ਹਾਂ। ਸੁਰਖੀਆਂ ਸਾਨੂੰ ਪਰੇਸ਼ਾਨ ਕਰਦੀਆਂ ਨੇ ਤੇ ਭਵਿੱਖ ਅਨਿਸ਼ਚਿਤ ਤੇ ਡਰਾਉਣਾ ਜਾਪਦਾ ਹੈ। ਇੱਥੋਂ ਤੱਕ ਕਿ ਕ੍ਰਿਸਮਸ ਖੁਸ਼ੀ ਦਾ ਮੌਸਮ ਵੀ ਇੱਕ ਦਬਾ ਦੀ ਦਲਦਲ ਹੈ। ਪਰ ਜੋ ਮੈਂ ਚਾਹੁੰਦਾ ਕਿ ਤੁਸੀਂ ਜਾਣੋ, ਖੁਸ਼ੀ ਆਉਂਦੀ ਹੈ ਜਦੋਂ ਤੁਸੀਂ ਇਹਦੀ ਘੱਟ ਉਮੀਦ ਕਰਦੇ ਹੋ। ਖੁਸ਼ੀ ਆਉਂਦੀ ਹੈ ਜਦੋਂ ਯੁੱਧ ਛਿੜਿਆ ਰਹਿੰਦਾ ਹੈ ਤੇ ਅਕਾਲ ਫੈਲਿਆ ਹੁੰਦਾ ਹੈ ਤੇ ਸੁਰਖੀਆਂ ਚੀਖ ਰਹੀਆਂ ਹੋਣ। ਖੁਸ਼ੀ ਉਦੋਂ ਆਉਂਦੀ ਹੈ ਜਦੋਂ ਰੁਪਏ ਪੈਸੇ ਘੱਟ ਹੋਣ ਤੇ ਦਬਾਅ ਬਹੁਤ ਜ਼ਿਆਦਾ ਹੋਵੇ ਤੇ ਹਾਲਾਤ ਬਹੁਤ ਖਰਾਬ ਹੋਣ। ਖੁਸ਼ੀ ਉਦੋਂ ਆਉਂਦੀ ਹੈ ਜਦੋਂ ਰੋਮੀ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਰਹੇ ਹੋਣ ਤੇ ਕੈਸਰ ਆਪਣੇ ਟੈਕਸ ਚੁਆਉਂਦੇ ਹੋਵੇ। ਇਹ ਬਿਲਕੁਲ ਉਸ ਤਰ੍ਹਾਂ ਦਾ ਪਲ ਹੈ ਜਦੋਂ ਪਰਮੇਸ਼ਰ ਆਉਂਦੇ ਨੇ ਖੁਸ਼ੀ ਦੇ ਸ਼ੁਭ ਸਮਾਚਾਰ ਦੇ ਨਾਲ। ਯਿਸੂ ਦਾ ਜਨਮ ਕਿਉਂ? ਇਸ ਲਈ ਕਿਉਂਕਿ ਮਸੀਹਾ ਦਾ ਜਨਮ ਸਭ ਕੁਝ ਬਦਲ ਦਿੰਦਾ ਹੈ। ਇਸ ਨੇ ਦੁਨੀਆ ਨੂੰ ਬਦਲ ਦਿੱਤਾ ਅਤੇ ਇਹ ਤੁਹਾਨੂੰ ਬਦਲ ਸਕਦਾ ਹੈ। ਇਹ ਤੁਹਾਡੇ ਦੁਖੀ ਜੀਵਨ ਵਿੱਚ ਖੁਸ਼ੀਆਂ ਲਿਆ ਸਕਦਾ ਹੈ, ਨਿਰਾਸ਼ਾਜਨਕ ਸਮੇਂ ਵਿੱਚ ਆਸ਼ਾ ਲਿਆ ਸਕਦਾ ਹੈ ਤੇ ਸ਼ਾਂਤੀ ਲਿਆ ਸਕਦਾ ਹੈ ਇੱਕ ਅਨਿਸ਼ਚਿਤ ਦੁਨੀਆ ਵਿੱਚ। ਯਿਸੂ ਦਾ ਜਨਮ ਕਿਉਂ? ਕਿਉਂਕਿ ਪਰਮੇਸ਼ਰ ਨੇ ਜਗਤ ਨਾਲ ਐਦਾ ਦਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਜੋ ਕੋਈ ਉਸ ਤੇ ਵਿਸ਼ਵਾਸ ਕਰੇ ਉਸ ਦਾ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪਾਏ। ਆਸਾਨ ਸ਼ਬਦਾਂ ਵਿੱਚ ਯਿਸੂ ਦਾ ਜਨਮ ਕਿਉਂ? ਤੁਸੀਂ ਕ੍ਰਿਸਮਸ ਨੂੰ ਇੱਕ ਮੁਕਤੀਦਾਤਾ ਦੀ ਤੁਹਾਡੀ ਲੋੜ ਦੇ ਲਈ ਤੁਹਾਨੂੰ ਜਗਾਉਣ ਦਿਓ। ਯਿਸੂ ਦਾ ਜਨਮ ਪਰਮੇਸ਼ਵਰ ਦੀ ਇੱਕ ਤਸਵੀਰ ਹੈ। ਉਸ ਦੇ ਪੁੱਤਰ ਦੇ ਜ਼ਰੀਏ ਸਾਨੂੰ ਛੁਡਾਉਣ ਦੀ ਇੱਕ ਪੇਸ਼ਕਸ਼ ਹੈ। ਹਰ ਇੱਕ ਦੇਸ਼ ਦੇ ਹਰ ਇੱਕ ਇਨਸਾਨ ਨੂੰ ਦੱਸਣ ਦੀ ਕੋਸ਼ਿਸ਼ ਹੈ। ਇਸ ਲਈ ਕਦੀ ਵੀ ਜਾਂ ਕਿਤੇ ਵੀ ਜਦੋਂ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦੇ ਨੇ ਤਾਂ ਯਿਸੂ ਮਸੀਹਾ ਦੇ ਲਈ ਆਪਣਾ ਜੀਵਨ ਦੇ ਕੇ ਇੱਕ ਨਵੀਂ ਸ਼ੁਰੂਆਤ ਕਰਨ ਦਾ ਇਸ ਨਾਲੋਂ ਬਿਹਤਰ ਸਮਾਂ ਨਹੀਂ ਹੈ।